ਇੰਨਾ ਕੀ ਰਿਫਟ ਪੈ ਗਿਆ ਕਿ ਤੁਹਾਨੂੰ ਆਪਦੀ ਕੋ ਸਟਾਰ ਦੇ ਖਿਲਾਫ, ਉਹ ਤੁਹਾਡੇ ਖਿਲਾਫ, ਤੁਸੀਂ ਉਹਦੇ ਖਿਲਾਫ ਅੱਜ ਬੋਲਣਾ ਪੈ ਗਿਆ? ਨਹੀਂ, ਮੈਂ ਦੀਪ ਕਰਕੇ ਨਹੀਂ ਉਹਦੇ ਖਿਲਾਫ ਬੋਲ ਰਿਹਾ। ਸੋਨੀਆ ਨਾਥ ਦੇ ਖਿਲਾਫ ਮੈਂ ਦੀਪ ਕਰਕੇ ਨਹੀਂ ਬੋਲ ਰਿਹਾ, ਨਾ ਹੀ ਸੋਨੀਆ ਦੇ ਖਿਲਾਫ ਮੈਂ ਬੋਲਣਾ ਚਾਹੁੰਦਾ, ਨਾ ਹੀ ਮੈਂ ਬੋਲ ਰਿਹਾ। ਪਰ ਸੋਨੀਆ ਜਿਹੜੀ ਇਹ ਬਿਆਨ ਜੇ ਦਿੱਤੇ ਆ, ਇਹ ਬਕਵਾਸ ਕਰਨ ਦੀ ਕੀ ਲੋੜ ਆ? ਉਹ ਕਿਹਾ ਤੁਹਾਨੂੰ ਇੱਕ ਇੰਟਰਵਿਊ 'ਚ, ਹੁਣ ਉਹਨਾਂ ਨੇ ਕਿਹਾ ਇਹ ਤਾਂ ਡਰਪੋਕ ਹੋ ਗਿਆ ਯਾਦ ਗਰੇਵਾਲ ਕੇ ਆਪਦੀ ਗੱਲ ਤੋਂ ਮੁੱਕਰਨ ਵਾਲੀ ਗੱਲ। ਆਪਦੇ ਭਰਾਵਾਂ ਨੂੰ ਮਨਾਉਣ ਵਾਸਤੇ ਮੈਂ ਉੱਥੇ ਇਹ ਗੱਲ ਲਾਈਵ ਹੋ ਕੇ ਬੋਲੀ ਆ, ਔਰ ਇਹਨੂੰ ਤੁਸੀਂ ਡਰਪੋਕ ਸਮਝਦੇ ਹੋ ਤਾਂ ਫਿਰ ਮੈਂ ਡਰਪੋਕ ਆ। ਮੈਂ ਆਪਦੇ ਭਰਾਵਾਂ ਵਾਸਤੇ ਡਰਪੋਕ ਆ ਜੀ, ਕੋਈ ਚੱਕਰ ਨਹੀਂ। ਪਰ ਜੇ ਮੇਰਾ ਅਜਮਾਉਣਾ ਹੀ ਆ ਤਾਂ ਫਿਰ ਕੋਈ ਦੁਸ਼ਮਣ ਲਿਆਓ ਸਾਹਮਣੇ, ਫਿਰ ਦੱਸੂਗਾ ਮੈਂ ਡਰਪੋਕ ਆ ਕੀ ਆ। ਬਹੁਤ ਸਾਰੇ ਆਗੂ ਸਟੇਜ ਤੋਂ ਗਦਾਰ ਬੋਲ ਕੇ ਦੀਪ ਸਿੱਧੂ ਤਾਂ ਗਦਾਰ ਹੈ। ਦੇਖੋ ਜੀ, ਫਿਰ ਮੈਂ ਹੁਣ ਇਹੀ ਗੱਲ, ਦੇਖੋ ਉਹਨਾਂ ਨੇ ਕਹਿਤਾ ਗਦਾਰ ਹੈ ਦੀਪ ਸਿੱਧੂ, ਇਹ ਉਹ ਕਿਸੇ ਦਾ ਕੀ ਗਿਆ ਜੀ, ਉਹਨਾਂ ਨੇ ਤਾਂ ਬਕਵਾਸ ਕਰਤੀ। ਸੜਕ ਆਉਣ ਰਿਹਾ ਜੇਲ੍ਹ ਦੇ ਵਿੱਚ ਦੀਪ ਸਿੱਧੂ, ਜਿਸ ਲੈਵਲ ਤੇ 7 ਸਟਾਰ ਲਾਈਫ ਅਸੀਂ ਜਿਉਂਦੇ ਸੀਗੇ, ਕਈ ਲੋਕਾਂ ਨੇ ਤਾਂ ਜਿਹੜੇ ਆਪਦੇ ਨੂੰ ਵੱਡੇ ਕਹਾਉਂਦੇ ਨੇ, ਉਦਾਂ ਦੀ ਲਾਈਫ ਡ੍ਰੀਮਸ ਦੇ ਵਿੱਚ ਵੀ ਨਹੀਂ ਸੋਚੀ ਹੋਣੀ ਜਿਹੜੀ ਕਿ ਅਸੀਂ ਜਿਉਂ ਰਹੇ ਸੀ ਉੱਥੇ, ਜਿਹੜੀ ਕਿ ਦੀਪ ਹੰਢਾ ਰਿਹਾ ਸੀ ਲਾਈਫ। ਇਹੀ ਲਾਈਫ ਤਾਂ ਸੋਨੀਆ ਮਾਨ ਵੀ ਜਿੰਦੀ ਸੀ। ਫਿਰ ਕਿੰਨੇ ਕਰੋੜਾਂ ਦੀਆਂ ਫਿਲਮਾਂ ਉਹ ਕਹਿੰਦੇ ਮੈਂ ਛੱਡ ਕੇ ਅੱਜ ਇੱਥੇ ਬੈਠੀਆਂ ਕਾਨਿਆਂ ਵਾਲੇ ਤੰਬੂ ਦੇ ਵਿੱਚ। ਦੇਖੋ ਜੀ, ਮੈਂ ਲੋਕ ਵੈਸੇ ਮੈਨੂੰ ਕਹਿ ਦਿੰਦੇ ਬੜਾ ਸਿੱਧਾ ਜਿਹਾ ਬੰਦਾ, ਪਰ ਇੰਨਾ ਵੀ ਸਿੱਧਾ ਨਹੀਂ। ਮੈਂ ਜੇ ਗੱਲਾਂ ਕਰਨ ਲੱਗ ਗਿਆ ਨਾ ਤਾਂ ਬਹੁਤ ਗੱਲਾਂ ਹੋ ਜਾਣਗੀਆਂ। ਅਗਰ ਨੂੰ ਡਰਪੋਕ ਕਹਿਤਾ ਤਾਂ ਅੱਜ ਤੁਸੀਂ ਨਹੀਂ, ਫਿਰ ਠੀਕ ਹੈ ਜੀ, ਅਗਰ ਕੋਈ ਮੇਰੇ ਤੇ ਪਰਸਨਲ ਅਟੈਕ ਕਰੂਗਾ ਤਾਂ ਫਿਰ ਮੈਂ ਨਹੀਂ ਕਰ ਸਕਦਾ। ਦੀਪ ਸਿੱਧੂ ਨਾਲ ਤੁਸੀਂ ਕੰਪੇਅਰ ਕਰ ਸਕਦੇ ਨਹੀਂ, ਬਹੁਤ ਫਰਕ ਹੈ ਜੀ, ਬਹੁਤ ਜ਼ਿਆਦਾ ਫਰਕ ਹੈ। ਕਿੱਥੇ ਦੀਪ ਸਿੱਧੂ ਖੇਡਦਾ ਜੀ, ਕਿਹੜੀਆਂ ਗੱਲਾਂ ਸੀ ਦੀਪ ਸਿੱਧੂ ਨੇ ਜਦੋਂ ਸੋਚਿਆ ਕਿ ਮੈਂ ਹੁਣ ਐਕਟਰ ਬਣਨਾ, ਉਹਨੇ ਤਾਂ 5 ਫਿਲਮਾਂ ਆਪਦੀ ਜੇਬ 'ਚ ਬਣਾ ਲਈਆਂ। ਕਿ ਜਦੋਂ ਗੱਲ ਕਿਸਾਨੀ ਦੀ ਹੋ ਰਹੀ ਸੀ ਤਾਂ ਫਿਰ ਫੈਡਰਲ ਢਾਂਚੇ ਔਰ ਇਹਨਾਂ ਗੱਲਾਂ ਤੱਕ ਜਾਣ ਦੀ ਕੀ ਲੋੜ? ਦੇਖੋ ਜੀ, ਇਹ ਚੀਜ਼ ਦੇ ਨਾਲ ਜੁੜੀ ਹੋਈ ਹੈ। ਫੈਡਰਲ ਢਾਂਚੇ ਦੇ ਵਿੱਚ ਕੀ ਹੈ? ਖੁਦ ਮੁਖਤਿਆਰੀ। ਸਾਰੇ ਹੱਕ ਸਾਡੇ ਕੋਲ ਹੋਣੇ ਚਾਹੀਦੇ। ਸਟੇਟ ਦੇ ਹੱਕ ਹੈ ਜਿਹੜੇ ਸਟੇਟ ਨੂੰ ਮਿਲਣੇ ਚਾਹੀਦੇ ਆ, ਤੇ ਉਹਦੇ ਸਟੇਟ ਦੇ ਵਿੱਚ ਸਾਡੇ ਐਗਰੀਕਲਚਰ ਦੇ ਹੱਕ ਹੀ ਹੈ ਸਾਰੇ। ਸਵਾਲ ਕਿਉਂ ਉੱਠੇ ਦੀਪ ਤੇ, ਨੀਅਤ ਤੇ ਕਿਉਂ ਸਵਾਲ ਉੱਠ ਗਏ? ਲੋਕਾਂ ਨੇ ਕਹਿਤਾ ਕਿ ਭਾਜਪਾ ਦਾ ਪਲਾਂਟਡ ਬੰਦਾ ਹੈ। ਮਤਲਬ ਤੁਸੀਂ ਕਿਵੇਂ ਕਹਿ ਰਹੇ ਹੋ ਭਾਜਪਾ ਦਾ ਬੰਦਾ? ਵੀ ਉਹਦੀਆਂ ਮੋਦੀ ਜੀ ਨਾਲ ਫੋਟੋਆਂ ਜਾਂ ਰੋਜ਼ ਫੋਟੋਆਂ ਸ਼ੇਅਰ ਕਰਦੇ ਹੋ, ਉਹ ਕਹਿੰਦੇ ਅਮਿਤ ਸ਼ਾਹ ਨਾਲ ਮੋਦੀ ਨਾਲ ਫੋਟੋਆਂ ਨੇ। ਅੱਛਾ, ਮੈਂ ਤੁਹਾਨੂੰ ਸਨੀ ਦਿਓਲ ਦੇ ਕਲੋਜ਼ ਰਿਹਾ, ਸਨੀ ਦਿਓਲ ਤੋਂ ਨੇੜੇ ਤਾਂ ਮੋਦੀ ਅਮਿਤ ਸ਼ਾਹ ਦੇ ਇਸ ਵੇਲੇ ਕੋਈ। ਅੱਛਾ, ਫਿਰ ਇਹਦਾ ਮਤਲਬ ਕਿ ਭਾਜਪਾ ਦਾ ਬੰਦਾ ਹੋ ਗਿਆ। ਇਹਦਾ ਮਤਲਬ ਫਿਰ ਹੋਰ ਜਿਹੜੇ ਆਪਣੇ ਲੀਡਰ ਨੇ, ਜਿਹੜੇ ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਨਹੀਂ ਹੈਗੇ, ਜਿਹੜੇ ਹੋਰ ਸਾਡੇ ਕਰਪਟ ਲੀਡਰ ਨੇ, ਉਹਨਾਂ ਦੀਆਂ ਫੋਟੋਆਂ ਤੇ ਫਿਰ ਉਹਨਾਂ ਦੇ ਬੰਦੇ ਹੋ ਗਏ ਜੀ। ਫਿਰ ਇਹਦਾ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਉਹ ਬਿੱਲਾਂ ਦੇ ਖਿਲਾਫ ਹੀ ਲੜ ਰਿਹਾ ਨਾ, ਉਹ ਮੋਦੀ ਸਰਕਾਰ ਦੇ ਖਿਲਾਫ ਹੀ ਲੜ ਰਿਹਾ ਨਾ। ਫਿਰ ਤੁਸੀਂ ਕਿਵੇਂ ਉਹਨੂੰ ਬੀਜੇਪੀ ਦਾ ਬੰਦਾ ਕਹਿ ਰਹੇ ਹੋ? ਕਿਵੇਂ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਕਿ ਉਹ ਮੋਰਚੇ ਦੇ ਵਿੱਚ ਨਹੀਂ ਆ ਸਕਦਾ? ਮੋਰਚਾ ਯਾਰ ਕਿ ਇਹਦਾ ਮਤਲਬ ਕਿ ਰਜਿਸਟਰੀ ਕਰਾਈ ਹੈ ਮੋਰਚੇ ਦੀ ਕਿਸੇ ਨੇ? ਮੋਰਚਾ ਸਾਰਿਆਂ ਦਾ, ਮੋਰਚਾ ਸਾਰੇ ਪੰਜਾਬ ਦਾ। ਸਾਡੀਆਂ ਵੀ ਜ਼ਮੀਨਾਂ, ਸਾਡੇ ਕੋਲ ਜ਼ਮੀਨਾਂ, ਸਾਡੇ ਤੇ ਵੀ ਬਿੱਲ ਲਾਗੂ ਹੁੰਦੇ ਨੇ, ਅਸੀਂ ਵੀ ਲੜ ਰਹੇ ਹਾਂ ਉਹਦੇ ਖਿਲਾਫ। ਜੇ ਉਹਦੇ ਆਗੂ ਉੱਥੇ ਆ ਜਾਂਦੇ ਤੇ ਉੱਥੇ ਆਪਾਂ ਬੈਠ ਜਾਂਦੇ ਤਾਂ ਮੈਨੂੰ ਕੀ ਲੱਗਦਾ ਬਹੁਤ ਲੋਕ ਇਸੇ ਹੱਕ 'ਚ ਨੇ ਵੀ ਆਪਣੇ ਬਿੱਲ ਉੱਥੇ ਹੀ ਰੱਦ ਹੋ ਜਾਣੇ ਸੀਗੇ, ਕਿਉਂਕਿ ਉੱਥੇ ਗੱਲਬਾਤ ਐਡੀ ਹੋ ਗਈ ਸੀਗੀ। ਦੱਸੋ, ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਹੈ ਕਿ ਲੱਖੇ ਨੇ ਵਾਪਸ ਆਉਣਾ ਹੈ, ਮਾਫੀ ਮੰਗੇ ਤੇ ਵਾਪਸ ਆ ਜੇ। ਮਾਫੀ ਕਿਸ ਗੱਲ ਦੀ? ਚਲੋ ਲੱਖਾ ਦੱਸ ਸਕਦਾ ਜੀ, ਤਾਂ ਮੈਂ ਨਹੀਂ ਦੱਸ ਸਕਦਾ। ਸਟੈਂਡ ਕੀ ਹੈ ਦੀਪ ਨੂੰ ਲੈ ਕੇ? ਦੀਪ ਮੇਰਾ ਭਰਾ ਜੀ, ਦੀਪ ਨਾਲ ਲੈ ਕੇ ਮੇਰਾ ਇਹ ਸਟੈਂਡ ਹੈ ਕਿ ਦੀਪ ਗਲਤ ਹੈ, ਠੀਕ ਹੈ, ਜੋ ਵੀ ਹੈ ਮੈਂ ਉਹਦੇ ਨਾਲ ਹੈ, ਠੀਕ ਹੈ। ਦੀਪ ਮੈਨੂੰ ਜੋ ਵੀ ਹੁਕਮ ਲਾਊਗਾ ਮੈਂ ਉਹੀ ਕਰੂੰਗਾ। ਦੀਪ ਮੈਨੂੰ ਕਹੂਗਾ ਆ ਕਰ ਦੇ ਤਾਂ ਮੈਂ ਉਹ ਕਰ ਦੂੰਗਾ। ਮੈਂ ਨਹੀਂ ਸੋਚੂਗਾ ਕਿ ਦੀਪ ਨੇ ਕੀ ਗਲਤ ਕਿਹਾ ਜਾਂ ਠੀਕ ਕਿਹਾ, ਉਹ ਮੈਂ ਨਹੀਂ ਸੋਚਦਾ। ਦੀਪ ਨਾਲ ਮੇਰਾ ਪਿਆਰ ਹੀ ਇੰਨਾ। ਦੀਪ ਗਲਤ ਹੋਵੇ ਠੀਕ ਹੋਵੇ, ਉਹਦੇ ਨਾਲ ਖੜੇ ਆ, ਦੈਟਸ ਇਟ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਕਿਸਾਨੀ ਸੰਘਰਸ਼ 'ਚ ਬਹੁਤ ਸਾਰੇ ਕਿਰਦਾਰ ਲੋਕਾਂ ਦੇ ਸਾਹਮਣੇ ਆਏ, ਕਈਆਂ ਤੇ ਸਵਾਲ ਉੱਠੇ, ਕਈਆਂ ਨੂੰ ਕਿਹਾ ਗਿਆ ਕਿ ਸੱਚਾ ਹੋ ਕੇ ਮੂਹਰੇ ਆਇਆ ਹੈ। ਦੀਪ ਸਿੱਧੂ, ਲੱਖੇ ਸਿਧਾਣੇ ਤੇ ਵਖਰੇਵੇਂ ਜ਼ਰੂਰ ਰਹੇ, ਪਰ ਹਰੇਕ ਨੇ ਆਪਣੀ ਰਾਏ ਰੱਖੀ। ਯਾਦ ਗਰੇਵਾਲ ਦੀਪ ਸਿੱਧੂ ਦੇ ਹੱਕ 'ਚ ਆ ਕੇ ਸ਼ਰੇਆਮ ਬੋਲੇ, ਔਰ ਦੂਜੇ ਪਾਸੇ ਸੋਨੀਆ ਮਾਨ ਦੇ ਉੱਤੇ ਸਵਾਲ ਹੋਏ ਕਿ ਸੋਨੀਆ ਮਾਨ ਖਿਲਾਫ ਨੇ, ਔਰ ਉਹਨਾਂ ਨੇ ਕਿਹਾ ਕਿ ਮੇਰਾ ਆਪਣਾ ਤਰਕ ਹੈ। ਪਰ ਪਿਛਲੇ 2 ਦਿਨਾਂ ਤੋਂ ਯਾਦ ਗਰੇਵਾਲ ਤੇ ਸੋਨੀਆ ਮਾਨ ਨੂੰ ਲੈ ਕੇ ਇੱਕ ਵਿਵਾਦ ਛਿੜਿਆ ਹੋਇਆ। ਪਹਿਲਾਂ ਦੋਹੇ ਇਕੱਠੇ ਆਉਂਦੇ ਆ ਲਾਈਵ, ਸੋਨੀਆ ਮਾਨ ਯਾਦ ਗਰੇਵਾਲ ਦੇ ਨਾਲ ਹੁੰਦੇ ਆ। ਯਾਦ ਉੱਥੇ ਕਹਿੰਦੇ ਆ ਕਿ ਜਿਹੜੇ ਗਾਲਾਂ ਕੱਢ ਰਹੇ ਆ ਦੀਪ ਦੇ ਨਾਂ ਤੇ, ਉਹ ਨਹੀਂ ਕੱਢਣੀਆਂ ਚਾਹੀਦੀਆਂ। ਬਾਅਦ ਦੇ ਵਿੱਚ ਫਿਰ ਗੱਲ ਹੋਰ ਤਰ੍ਹਾਂ ਪ੍ਰੈਜ਼ੈਂਟ ਹੁੰਦੀ ਹੈ। ਤਾਂ ਕੀ ਗੱਲਬਾਤ ਸੀ? ਅੱਜ ਸੋਨੀਆ ਮਾਨ ਨੇ ਯਾਦ ਨੂੰ ਕਿਹਾ ਕਿ ਡਰਪੋਕ ਹੈ। ਇਹ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਲਾਜ਼ਮੀ ਹੈ, ਕਿਉਂਕਿ ਜਿਸ ਤਰ੍ਹਾਂ ਹੁਣ ਸੰਘਰਸ਼ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਹੈ, ਪਹਿਲਾਂ ਸਾਰੇ ਇਸ ਤਰ੍ਹਾਂ ਚੱਲ ਰਹੇ ਸੀ ਕਿ ਏਕੇ ਦੀ ਗੱਲ ਹੈ, ਸੰਘਰਸ਼ ਆਪਣਾ ਹੈ, ਇਹ ਲੜਾਈ ਨਾ ਫੈਲੇ, ਗੱਲਬਾਤ ਨਾ ਹੋਵੇ। ਪਰ ਜਦੋਂ ਗੱਲਾਂ ਇੰਨੀਆਂ ਬਲੋ ਦਾ ਬੈਲਟ ਜਾਣ ਲੱਗ ਜਾਣ ਤਾਂ ਫਿਰ ਸਵਾਲ ਹੁੰਦੇ ਆ। ਯਾਦ ਗਰੇਵਾਲ ਇਸ ਵੇਲੇ ਸਾਡੇ ਨਾਲ ਨੇ। ਬਾਈ ਬਹੁਤ ਬਹੁਤ ਸਵਾਗਤ ਹੈ ਔਨ 에ਅਰ ਤੇ। ਥੈਂਕ ਯੂ ਬਾਈ, ਥੈਂਕ ਯੂ ਸੋ ਮਚ, ਵੈਲਕਮ ਤੁਹਾਡਾ। ਤੁਹਾਡੇ ਤੇ ਬਹੁਤ ਸਵਾਲ ਹੋਏ, ਲੋਕਾਂ ਨੇ ਕਿਹਾ ਕਿ ਤੁਸੀਂ ਸੋਨੀਆ ਮਾਨ ਦੇ ਨਾਲ ਜਾ ਕੇ ਬੈਠੇ,
ਕਿਉਂ ਬੈਠੇ, ਉਦੋਂ ਗੱਲ ਕੀ ਹੋਈ ਸੀ? ਉਦੋਂ ਬਾਈ ਜੀ ਗੱਲ ਐਕਚੁਅਲੀ ਕੀ ਹੈ ਕਿ ਅਸੀਂ ਨਾ ਇੱਕ ਫਿਲਮ ਕਰ ਰਹੇ ਸੀ ਇਕੱਠੇ, ਹੈ ਨਾ, ਤੇ ਉਹਦੇ ਸੋਨੀਆ ਮੈਨੂੰ ਸਵੇਰ ਤੋਂ ਕਹਿ ਰਹੀ ਸੀ ਕਿ ਆਪਾਂ ਲਾਈਵ ਹੋਣਾ ਤੇ ਮੈਂ ਕੋਈ ਪ੍ਰਿਪੇਅਰ ਨਹੀਂ ਸੀਗਾ ਵੀ ਕੀ ਲਾਈਵ ਹੋਣਾ, ਕਿਸ ਸਿਲਸਿਲੇ ਬਾਰੇ ਲਾਈਵ ਹੋਣਾ, ਕਿਉਂਕਿ ਤੁਹਾਨੂੰ ਪਤਾ ਕਿ ਮੈਨੂੰ ਵੈਸੇ ਕੋਈ ਇੰਨਾ ਇੰਟਰਸਟ ਵੀ ਨਹੀਂ ਸੀ ਕਿਸੇ ਚੀਜ਼ ਦੇ ਵਿੱਚ। ਠੀਕ ਹੈ, ਅਸੀਂ ਦੀਪ ਸਿੱਧੂ ਦੇ ਨਾਲ ਸੀ, ਜੋ ਦੀਪ ਸਿੱਧੂ ਸੀ ਅਸੀਂ ਉਹਦੇ ਨਾਲ ਸੀ, ਜੋ ਵੀ ਉਹਦਾ ਸਟੈਂਡ ਸੀ ਉਹਦੇ ਸਟੈਂਡ ਨੂੰ ਅਸੀਂ ਸਪੋਰਟ ਕਰ ਰਹੇ ਸੀ, ਹੈ ਨਾ ਜੀ। ਇਹਨੇ ਮੈਨੂੰ ਕਿਹਾ ਕਿ ਮੈਨੂੰ ਗਾਲਾਂ ਕੱਢਦੇ ਨੇ ਦੀਪ ਸਿੱਧੂ ਦੀ ਫੋਟੋ ਲਾ ਕੇ ਵੀ ਤੁਸੀਂ ਉਸ ਬਾਰੇ ਮਾੜਾ ਜਿਹਾ ਕਹੋ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਹਿ ਦੂੰਗਾ। ਚਲੋ ਜੇ ਅਸੀਂ ਲਾਈਵ ਹੋਏ ਤੇ ਮੈਂ ਉਹਦੇ 'ਚ ਇਹ ਕਹਿਤਾ। ਇਹਨੇ ਮੈਨੂੰ ਪੁੱਛਿਆ ਵੀ ਕੀ ਇਹ ਠੀਕ ਹੈ ਕਿ ਦੀਪ ਨੂੰ ਸਪੋਰਟ ਕਰਦਾ ਵੀ ਜਿਹੜੇ ਗਾਲਾਂ ਕੱਢਦੇ। ਮੈਂ ਕਿਹਾ ਦੇਖੋ ਜੀ, ਸਪੋਰਟ ਕਰਨ ਦੀ ਗੱਲ ਨਹੀਂ ਹੈ ਵੀ ਕੋਈ ਵੀ ਬੰਦਾ ਕਿਸੇ ਵੀ ਧੀ ਭੈਣ ਨੂੰ ਗਾਲ ਕੱਢਦਾ ਉਹ ਮਾੜੀ ਗੱਲ ਹੈ ਵੀ ਬਾਈ ਆਪਾਂ ਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਜਿਹੜੇ ਮੇਰੇ ਭਰਾ ਗਾਲਾਂ ਕੱਢਦੇ ਆ ਉਹ ਯਾਰ ਨਾ ਕੱਢਿਆ ਕਰੋ, ਦੈਟਸ ਇਟ, ਇੰਨੀ ਗੱਲ ਹੋਈ ਸੀ। ਦੂਜਾ ਕੁਐਸਚਨ ਮੈਂ ਉਹਨਾਂ ਨੇ ਪੁੱਛਿਆ ਵੀ ਕੀ ਦੀਪ ਸਿੱਧੂ ਜਥੇਬੰਦੀਆਂ ਦੇ ਨਾਲ ਹੈ। ਮੈਂ ਕਿਹਾ ਦੀਪ ਸਿੱਧੂ ਨਾਲ ਹੈ ਜਾਂ ਨਹੀਂ ਹੈ ਇਹ ਨਹੀਂ ਮੈਨੂੰ ਪਤਾ, ਬਟ ਗੱਲ ਇਹ ਹੈ ਕਿ ਦੀਪ ਸਿੱਧੂ ਨੇ ਕਦੇ ਜਥੇਬੰਦੀਆਂ ਦੇ ਖਿਲਾਫ ਨਹੀਂ ਬੋਲਿਆ। ਠੀਕ ਹੈ, ਉਹਨੇ ਹਮੇਸ਼ਾ ਇਹ ਕਿਹਾ ਕਿ ਅਸੀਂ ਜਥੇਬੰਦੀਆਂ ਦੀ ਸਪੋਰਟ ਕਰਦੇ ਹਾਂ ਤੇ ਸਾਡੇ ਆਗੂ ਨੇ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ। ਵੀ ਤੁਸੀਂ ਕੋਈ ਵੀ ਇੰਟਰਵਿਊ ਦੀ ਚੱਕ ਕੇ ਦਿਖਾ ਦਿਓ ਜਿਹਦੇ 'ਚ ਉਹਨੇ ਖਿਲਾਫ ਬੋਲਿਆ ਹੋਵੇ। ਉਹਨੇ ਹਮੇਸ਼ਾ ਹੱਕ 'ਚ ਹੀ ਬੋਲਿਆ। ਬਸ ਆਹ ਦੋ ਗੱਲਾਂ ਮੇਰੀਆਂ ਹੋਈਆਂ ਸੀ। ਕੋਈ ਉਹਨਾਂ ਨੂੰ ਸਵਾਲ ਕੀਤਾ, ਕੋਈ ਉਹਨਾਂ ਦਾ ਸਟੈਂਡ, ਉਹਨਾਂ ਦਾ ਪੱਖ ਜਾਣਿਆ? ਨਹੀਂ, ਮੈਂ ਕੋਈ ਏਦਾਂ ਦਾ ਨਹੀਂ, ਕਿਉਂਕਿ ਮੇਰਾ ਕੋਈ ਇੰਟਰਸਟ ਹੀ ਹੈ ਨਹੀਂ ਸੀ ਨਾ ਗੱਲ ਕਰਨ ਦੇ ਵਿੱਚ। ਮੇਰਾ ਕੋਈ ਇੰਟਰਸਟ ਹੀ ਨਹੀਂ ਸੀ, ਮੈਂ ਤਾਂ ਸਿਰਫ ਉੱਥੇ ਸਿਰਫ ਬੈਠਾ ਹੋਇਆ ਸੀ ਤੇ ਬਸ ਇੰਨੀ ਗੱਲ ਹੋਈ ਸੀ। ਉਸ ਤੋਂ ਬਾਅਦ ਇਸ ਗੱਲ ਦਾ ਵਿਵਾਦ ਛਿੜਿਆ ਕਿ ਜਿਹੜੇ ਆਪਣੇ ਪਿਆਰ ਕਰਦੇ ਨੇ ਦੀਪ ਨੂੰ, ਬਾਈ ਨੂੰ, ਜਾਂ ਮੈਨੂੰ ਪਿਆਰ ਕਰਦੇ ਨੇ ਉਹ, ਕਿਉਂਕਿ ਸੋਨੀਆ ਨੇ ਜਦੋਂ 26 ਵਾਲਾ ਕਾਂਡ ਹੋਇਆ ਉਦੋਂ ਦੀਪ ਦੇ ਖਿਲਾਫ ਕਾਫੀ ਕੁਝ ਗਲਤ ਮਲਤ ਬੋਲਿਆ, ਜਿਹਦੇ ਬਾਰੇ ਮੈਨੂੰ ਨੌਲੇਜ ਵੀ ਹੈ ਨਹੀਂ ਸੀਗੀ। ਖੈਰ, ਕਿਉਂਕਿ ਮੈਂ ਇੰਨਾ ਇੰਟਰਸਟ ਨਹੀਂ ਲੈ ਰਿਹਾ ਸੀਗਾ, ਮੈਨੂੰ ਪਤਾ ਨਹੀਂ ਸੀ। ਮੈਨੂੰ ਅੱਧੀਆਂ ਗੱਲਾਂ ਤਾਂ ਹੁਣ ਪਤਾ ਲੱਗ ਰਹੀ ਵੀ ਐ ਹੋਇਆ ਤੇ ਉਸ ਗੱਲ ਨੂੰ ਲੈ ਕੇ ਜਿਹੜੇ ਸਾਨੂੰ ਪਿਆਰ ਕਰਦੇ ਆ ਉਹ ਇਸ ਗੱਲ ਤੋਂ ਮੇਰੇ ਨਾਲ ਨਾਰਾਜ਼ ਹੋ ਗਏ। ਠੀਕ ਹੈ ਜੀ, ਮੈਂ ਫਿਰ ਲਾਈਵ ਹੋ ਕੇ ਸਪਸ਼ਟੀਕਰਨ ਦਿੱਤਾ ਕਿ ਵੀਰ ਇਹੋ ਜੀ ਕੋਈ ਗੱਲ ਨਹੀਂ ਹੈ, ਆਪਣਾ ਸਟੈਂਡ ਅੱਜ ਵੀ ਉਹੀ ਹੈ ਜਿਹੜਾ ਪਹਿਲਾਂ ਸੀਗਾ। ਠੀਕ ਹੈ, ਦੀਪ ਸਿੱਧੂ ਸਾਡਾ ਭਰਾ ਤੇ ਦੀਪ ਸਿੱਧੂ ਦੇ ਨਾਲ ਹੀ ਅਸੀਂ, ਦੀਪ ਸਿੱਧੂ ਜੋ ਵੀ ਕਹੂਗਾ ਉਹੀ ਹੋਊਗਾ ਤੇ ਐਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਆਪਦਾ ਸਪਸ਼ਟੀਕਰਨ। ਤੁਸੀਂ ਆਪਦੀ ਗੱਲ ਤੋਂ ਮੁੱਕਰੇ ਹੋ? ਜੋ ਸੋਨੀਆ ਮਾਨ ਨਾਲ ਬਹਿ ਕੇ ਕੀਤੀ ਸੀ ਉਸ ਗੱਲ ਤੋਂ ਮੁੱਕਰ ਕੇ? ਨਹੀਂ, ਬਿਲਕੁਲ ਵੀ ਨਹੀਂ ਮੁੱਕਰਿਆ ਮੈਂ ਕਿਉਂ ਮੁੱਕਰਨਾ? ਮੁੱਕਰਨ ਵਾਲੀ ਕੋਈ ਗੱਲ ਹੀ ਨਹੀਂ ਹੈ। ਮੁੱਕਰਾ ਤਾਂ ਮੈਂ ਤਾਂ ਨਾ ਜੇ ਕੋਈ ਗੱਲ ਹੋਈ ਹੋਵੇ। ਮੈਂ ਆ ਦੋ ਕੁਐਸਚਨ ਮੈਨੂੰ ਕੀਤੇ ਗਏ ਉਹਦਾ ਮੈਂ ਆਹੀ ਆਨਸਰ ਦਿੱਤਾ ਤੇ ਉਹੀ ਆਨਸਰ ਮੈਂ ਤੁਹਾਨੂੰ ਇੱਥੇ ਦੇ ਰਿਹਾ ਕਿ ਦੇਖੋ ਵੀ ਗਾਲਾਂ ਕੱਢਣ ਵਾਲੀ ਗੱਲ ਹੋਗੀ ਕਿ ਤਾਂ ਦੀਪ ਸਿੱਧੂ ਦੀਆਂ ਫੋਟੋਆਂ ਲਾ ਕੇ ਵੀ ਭਾਈ ਧੀਆਂ ਭੈਣਾਂ ਦੀਆਂ ਗਾਲਾਂ ਨਾ ਕੱਢੋ, ਇਹਦੇ ਨਾਲ ਦੀਪ ਦਾ ਅਕਸ ਖਰਾਬ ਹੁੰਦਾ। ਦੂਸਰੀ ਗੱਲ ਇਹ ਹੈ ਕਿ ਦੀਪ ਸਿੱਧੂ ਨੇ ਕਦੇ ਵੀ ਕਿਸੇ ਵੀ ਆਗੂ ਬਾਰੇ ਗਲਤ ਨਹੀਂ ਬੋਲਿਆ, ਨਾ ਕਿਸੇ ਕਿਸਾਨ ਜਥੇਬੰਦੀ ਦੇ ਆਪੋਜ਼ਿਟ ਬੋਲਿਆ, ਕਦੇ ਉਸਨੇ ਨਹੀਂ ਬੋਲਿਆ। ਉਹਨੇ ਕਿਹਾ ਕਿ ਅਸੀਂ ਬਿੱਲ ਰੱਦ ਕਰਾਉਣੇ ਆ ਤੇ ਜਿਹੜੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਦੀਪ ਸਿੱਧੂ ਉਹਨਾਂ ਨੂੰ ਪ੍ਰਮੋਟ ਕਰਦਾ ਤੇ ਉਹਨਾਂ ਦੀ ਸਪੋਰਟ ਕਰਦਾ। ਪਰ ਕੀ ਇਹ ਠੀਕ ਹੈ ਕਿ ਇੱਕ ਕੁੜੀ ਨੂੰ ਲੋਕ ਟਾਰਗੇਟ ਕਰ ਰਹੇ ਆ? ਸੋਨੀਆ ਮਾਨ ਟਾਰਗੇਟ ਹੁੰਦੀ ਹੈ, ਇੱਕ ਕੁੜੀ ਲਗਾਤਾਰ ਟਾਰਗੇਟ ਹੋ ਰਹੀ ਹੈ, ਉਹਦੇ ਪਿਤਾ ਨੂੰ ਟਾਰਗੇਟ ਕੀਤਾ ਜਾਂਦਾ ਹੈ। ਦੇਖੋ ਜੀ, ਗੱਲ ਇਹ ਹੈ ਕਿ ਅਗਰ ਤਾਂ ਆਪਾਂ ਇੱਕ ਕੁੜੀ, ਅਗਰ ਆਪਾਂ ਜੈਂਡਰ ਦੀ ਗੱਲ ਕਰੀਏ ਤਾਂ ਇਹ ਮਾੜੀ ਗੱਲ ਹੈ। ਠੀਕ ਹੈ ਜੀ, ਪਰ ਜੇ ਆਪਾਂ ਇੱਕ ਪਾਰਟਿਕੂਲਰ ਪਰਸਨੈਲਿਟੀ ਦੀ ਗੱਲ ਕਰੀਏ ਤਾਂ ਜੋ ਵੀ ਉਹ ਰਿਸਪੌਂਸਿਬਿਲਿਟੀਜ਼ ਲੈ ਕੇ ਚੱਲ ਰਹੇ ਨੇ, ਅਗਰ ਉਹ ਆਪਣੀ ਰਿਸਪੌਂਸਿਬਿਲਿਟੀ ਤੋਂ ਕੁਝ ਥਿੜਕਦੇ ਆ, ਕੁਝ ਗਲਤ ਕਰਦੇ ਆ ਤਾਂ ਉਹਨਾਂ ਦੀ ਮੁਖਾਲਫਤ ਹੋਊਗੀ, ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਬੋਲਿਆ ਜਾਊਗਾ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਝ ਗਲਤ ਗੱਲ। ਹਾਂ, ਗੰਦੀ ਲੈਂਗੁਏਜ, ਬਿਲੋ ਦਾ ਬੈਲਟ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ, ਚਾਹੇ ਉਹ ਕੋਈ ਵੀ ਹੈ, ਚਾਹੇ ਮੇਲ ਹੈ ਚਾਹੇ ਫੀਮੇਲ ਹੈ। ਬਹੁਤ ਸਾਰੀਆਂ ਫੋਟੋਆਂ ਤੇ ਸਵਾਲ ਹੋ ਗਏ। ਉਗਰਾਹਾਂ ਸਾਹਿਬ ਦੇ ਨਾਲ ਉਹਨਾਂ ਨੇ ਲਿਖਿਆ ਕਿ ਮੇਰੇ ਪਿਤਾ ਸਮਾਨ ਨੇ, ਮੈਨੂੰ ਪਿਤਾ ਵਰਗੀ ਉਹਨਾਂ ਚੋਂ ਮਹਿਸੂਸ ਹੁੰਦਾ ਹੈ। ਉਹਨਾਂ ਫੋਟੋਆਂ ਤੇ ਬਹੁਤ ਕੁਝ ਬੋਲਿਆ ਗਿਆ। ਜੀ ਹਾਂ, ਬੋਲਿਆ ਗਿਆ। ਇਹ ਆਪਣੀ ਮਾਨਸਿਕਤਾ ਜੀ। ਦੇਖੋ, ਮੇਰੇ ਹਿਸਾਬ ਨਾਲ ਨਹੀਂ ਬੋਲਣਾ ਚਾਹੀਦਾ, ਹੈ ਨਾ। ਅਗਰ ਉਹ ਕਹਿ ਰਹੀ ਹੈ ਕਿ ਮੇਰੇ ਪਿਤਾ ਸਮਾਨ ਹੈ ਤਾਂ ਬਿਲਕੁਲ ਆਪਾਂ ਨੂੰ ਉਹ ਰਿਸਪੈਕਟ ਦੇਣੀ ਚਾਹੀਦੀ ਹੈ ਤੇ ਬਟ ਥੋੜਾ ਜਿਹਾ ਆਪਾਂ ਨੂੰ ਸੋਸ਼ਲੀ ਵੀ ਧਿਆਨ ਰੱਖਣਾ ਚਾਹੀਦਾ ਵੀ ਕਿੱਦਾਂ ਦੀ ਆਪਾਂ ਆਪਣੇ ਪੋਜ਼ਸ ਜਾਂ ਆਪਾਂ ਜੋ ਵੀ ਫੋਟੋਆਂ ਬਣਾ ਕੇ ਪਾਉਂਦੇ ਉਹ ਕਿੱਦਾਂ ਦੀ ਆਪਾਂ ਨੂੰ ਪਾਉਣੀ ਚਾਹੀਦੀ। ਥੋੜਾ ਜਿਹਾ ਆਪਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਵੀ ਜਿਹਦਾ ਕੋਈ ਵਿਵਾਦ ਨਾ ਉੱਠੇ। ਬਾਕੀ ਜੇ ਉਹ ਕਹਿ ਰਹੀ ਹੈ ਕਿ ਜਾਂ ਕੋਈ ਵੀ ਕੁੜੀ ਹੈ ਕਹਿ ਰਹੀ ਹੈ ਕਿ ਮੇਰੇ ਫਾਦਰ ਨਾਲ ਮੇਰੀ ਫੋਟੋ ਤੋਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਡਰਪੋਕ ਕਿਹਾ ਤੁਹਾਨੂੰ ਇੱਕ ਇੰਟਰਵਿਊ 'ਚ, ਹੁਣ ਉਹਨਾਂ ਨੇ ਕਿਹਾ ਇਹ ਤਾਂ ਡਰਪੋਕ ਹੋ ਗਿਆ, ਯਾਦ ਗਰੇਵਾਲ ਕੇ ਆਪਦੀ ਗੱਲ ਤੋਂ ਮੁੱਕਰਨ ਵਾਲੀ ਗੱਲ ਹੋ ਗਈ। ਦੇਖੋ ਜੀ, ਮੈਂ ਕਿਸੇ ਗੱਲ ਤੋਂ ਨਹੀਂ ਮੁੱਕਰਿਆ। ਪਹਿਲੀ ਗੱਲ ਤਾਂ ਡਰਪੋਕ ਕਿਸ ਨੂੰ ਕਹਿੰਦੇ ਹੋ ਤੁਸੀਂ? ਡਰਪੋਕ ਮੇਰੇ ਹਿਸਾਬ ਨਾਲ ਮੈਂ ਡਰਿਆ, ਕਿਹੜੀ ਗੱਲ ਤੋਂ ਡਰਿਆ? ਮੈਂ ਕਿਸੇ ਗੱਲ ਤੋਂ ਨਹੀਂ ਡਰਿਆ। ਮੈਂ ਆਪਦੇ ਭਰਾਵਾਂ ਨੂੰ ਜਵਾਬ ਦਿੱਤਾ ਆ ਕੇ, ਜਿਹੜੇ ਮੇਰੇ ਭਰਾ, ਮੇਰੇ ਵੀਰ, ਜਿਹੜੇ ਮੈਨੂੰ ਪਿਆਰ ਕਰਦੇ ਆ, ਉਹ ਮੈਨੂੰ ਇਸ ਗੱਲ ਦਾ ਕੁਐਸਚਨ ਕਰ ਰਹੇ ਸੀ ਵੀ ਤੂੰ ਕਿਉਂ ਆਪੋਜੀਸ਼ਨ ਦੇ ਬੰਦਿਆਂ ਦੇ ਨਾਲ ਬੈਠਾ, ਜਿਨ੍ਹਾਂ ਕਰਕੇ ਵੀ ਇੰਨਾ ਕੁਝ ਹੋਇਆ, ਜਿਨ੍ਹਾਂ ਨੇ ਦੀਪ ਦੇ ਖਿਲਾਫ ਇੰਨਾ ਬੋਲਿਆ, ਤੂੰ ਉਹਨਾਂ ਦੀ ਸਪੋਰਟ ਕਿਉਂ ਕੀਤੀ? ਉਹ ਮੇਰੇ ਨਾਲ ਇਸ ਗੱਲ ਤੋਂ ਨਾਰਾਜ਼ ਸੀਗੇ ਕਿਉਂਕਿ ਉਹਨਾਂ ਨੂੰ ਪੂਰੀ ਗੱਲ ਪਤਾ ਨਹੀਂ ਸੀ ਤੇ ਸਿਰਫ ਮੈਂ ਉਸ ਚੀਜ਼ ਦਾ ਸਪਸ਼ਟੀਕਰਨ ਦੇਣ ਵਾਸਤੇ, ਆਪਦੇ ਭਰਾਵਾਂ ਨੂੰ ਮਨਾਉਣ ਵਾਸਤੇ ਮੈਂ ਉੱਥੇ ਇਹ ਗੱਲ ਲਾਈਵ ਹੋ ਕੇ ਬੋਲੀ ਆ। ਔਰ ਇਹਨੂੰ ਤੁਸੀਂ ਡਰਪੋਕ ਸਮਝਦੇ ਹੋ ਤਾਂ ਫਿਰ ਮੈਂ ਡਰਪੋਕ ਆ, ਮੈਂ ਆਪਦੇ ਭਰਾਵਾਂ ਵਾਸਤੇ ਡਰਪੋਕ ਆ ਜੀ, ਕੋਈ ਚੱਕਰ ਨਹੀਂ। ਪਰ ਜੇ ਮੇਰਾ ਅਜਮਾਉਣਾ ਹੀ ਆ ਤਾਂ ਫਿਰ ਕੋਈ ਦੁਸ਼ਮਣ ਲਿਆਓ ਸਾਹਮਣੇ, ਫਿਰ ਦੱਸੂਗਾ ਮੈਂ ਡਰਪੋਕ ਆ ਕੀ ਆ। ਤੁਹਾਡਾ ਸਟੈਂਡ ਕੀ ਹੈ ਦੀਪ ਨੂੰ ਲੈ ਕੇ? ਦੀਪ ਮੇਰਾ ਭਰਾ ਜੀ, ਦੀਪ ਨਾਲ ਲੈ ਕੇ ਮੇਰਾ ਇਹੀ ਸਟੈਂਡ ਹੈ ਕਿ ਦੀਪ ਗਲਤ ਆ, ਠੀਕ ਹੈ, ਜੋ ਵੀ ਹੈ ਮੈਂ ਉਹਦੇ ਨਾਲ ਹਾਂ। ਠੀਕ ਹੈ, ਦੀਪ ਮੈਨੂੰ ਜੋ ਵੀ ਹੁਕਮ ਲਾਊਗਾ ਮੈਂ ਉਹੀ ਕਰੂੰਗਾ। ਦੀਪ ਮੈਨੂੰ ਕਹੂਗਾ ਆ ਕਰ ਦੇ ਤਾਂ ਮੈਂ ਉਹ ਕਰ ਦੂੰਗਾ। ਮੈਂ ਨਹੀਂ ਸੋਚੂਗਾ ਕਿ ਦੀਪ ਨੇ ਕੀ ਗਲਤ ਕਿਹਾ ਜਾਂ ਠੀਕ ਕਿਹਾ, ਉਹ ਮੈਂ ਨਹੀਂ ਸੋਚਦਾ। ਦੀਪ ਨਾਲ ਮੇਰਾ ਪਿਆਰ ਹੀ ਇੰਨਾ। ਦੀਪ ਗਲਤ ਹੋਵੇ ਠੀਕ ਹੋਵੇ ਉਹਦੇ ਨਾਲ ਖੜੇ ਆ, ਦੈਟਸ ਇਟ। ਭਾਵੇਂ ਸੰਘਰਸ਼ ਨੂੰ ਕੋਈ ਫਰਕ ਪਿਆ ਹੋਵੇ ਤਾਂ ਵੀ ਵੱਡਾ ਉਹ ਮੈਨੂੰ ਮੈਟਰ ਨਹੀਂ ਕਰਦਾ। ਜਿੱਥੇ ਦੀਪ ਹੈ ਉਹ ਮੈਨੂੰ ਮੈਟਰ ਨਹੀਂ ਕਰਦਾ। ਸੰਘਰਸ਼ ਦੇਖੋ, ਉਹ ਮੇਰਾ ਭਰਾ ਹੈ ਨਾ। ਅੱਜ ਗਦਾਰ ਤੱਕ ਕਹਿਤਾ, ਬਹੁਤ ਸਾਰੇ ਆਗੂ ਸਟੇਜ ਤੋਂ ਗਦਾਰ ਬੋਲ ਕੇ ਦੀਪ ਸਿੱਧੂ ਤਾਂ ਗਦਾਰ ਹੈ।
ਦੇਖੋ ਜੀ ਫਿਰ ਮੈਂ ਹੁਣ ਇਹੀ ਗੱਲ ਦੇਖੋ ਉਹਨਾਂ ਨੇ ਕਹਿਤਾ ਗੱਦਾਰ ਹੈ ਦੀਪ ਸਿੱਧੂ ਇਹ ਉਹ ਕਿਸੇ ਦਾ ਕੀ ਗਿਆ ਜੀ ਉਹਨਾਂ ਨੇ ਤਾਂ ਬਕਵਾਸ ਕਰਤੀ ਸੜ ਕੌਣ ਰਿਹਾ ਜੇਲ੍ਹ ਦੇ ਵਿੱਚ ਦੀਪ ਸਿੱਧੂ ਦੀ ਉਹਨਾਂ ਨੂੰ ਇਹ ਪਤਾ ਜਿਹੜੀ ਲਾਈਫ ਦੀਪ ਸਿੱਧੂ ਨੇ ਜਿਉਈ ਹੈ ਜਿਹੜੀ ਉਹ ਜਿਉਂਦਾ ਸੀ ਜੋ ਅਸੀਂ ਬੰਬੇ ਨਜ਼ਾਰੇ ਲੈਂਦੇ ਸੀ ਦੀਪ ਸਿੱਧੂ ਦੇ ਨਾਲ ਰਲ ਕੇ ਸਮਾਂ ਦੀ ਮੈਂ ਵੀ ਬਹੁਤ ਐਸ਼ ਕਰਦੇ ਜਿਸ ਲੈਵਲ ਤੇ 7 ਸਟਾਰ ਲਾਈਫ ਅਸੀਂ ਜਿਉਂਦੇ ਸੀਗੇ ਕਈ ਲੋਕਾਂ ਨੇ ਤਾਂ ਜਿਹੜੇ ਆਪਦੇ ਨੂੰ ਵੱਡੇ ਕਹਾਉਂਦੇ ਨੇ ਉਦਾਂ ਦੀ ਲਾਈਫ ਡ੍ਰੀਮਸ ਦੇ ਵਿੱਚ ਵੀ ਨਹੀਂ ਸੋਚੀ ਹੋਣੀ ਜਿਹੜੀ ਕਿ ਅਸੀਂ ਜਿਉਂ ਰਹੇ ਸੀ ਉੱਥੇ ਜਿਹੜੀ ਕਿ ਦੀਪ ਹੰਢਾ ਰਿਹਾ ਸੀ ਲਾਈਫ ਤੇ ਅੱਜ ਉਹ ਕਿੱਥੇ ਆ ਕਿਹਦੇ ਕਰਕੇ ਆ ਉੱਥੇ ਇੱਕ ਗੰਦੀ ਜੇਲ੍ਹ ਦੇ ਵਿੱਚ ਸੜ ਰਿਹਾ ਕਿਉਂ ਸੜ ਰਿਹਾ ਕਿਹਦੇ ਕਰਕੇ ਸੜ ਰਿਹਾ ਪੰਜਾਬ ਵਾਸਤੇ ਸੜ ਰਿਹਾ ਪੰਜਾਬ ਦੇ ਲੋਕਾਂ ਵਾਸਤੇ ਸੜ ਰਿਹਾ ਫਿਰ ਤੁਸੀਂ ਕਿਸ ਮੂੰਹ ਦੇ ਨਾਲ ਗਦਾਰ ਕਹਿੰਦੇ ਹੋ ਜੋ ਦੀਪ ਸਿੱਧੂ ਨੇ ਝੱਲਿਆ ਉਹ ਇੱਕ ਥੋੜਾ ਜਿਹਾ ਝੇਲ ਕੇ ਤਾਂ ਦਿਖਾਓ ਨਾ ਫਿਰ ਤੁਸੀਂ ਗਦਾਰ ਕਿਉਂ ਜਿੰਨਾ ਕਿ ਦੀਪ ਨੇ ਝੇਲਿਆ ਉਹਨਾਂ ਉਹਦਾ ਤੁਸੀਂ 1% ਝੱਲ ਕੇ ਦਿਖਾ ਦਿਓ ਮੈਂ ਤੁਹਾਨੂੰ ਸਲੂਟ ਕਰੂੰਗਾ ਇਹੀ ਲਾਈਫ ਤਾਂ ਸੋਨੀਆ ਮਾਨ ਵੀ ਜਿੰਦੀ ਸੀ ਫਿਰ ਕਿੰਨੇ ਕਰੋੜਾਂ ਦੀਆਂ ਫਿਲਮਾਂ ਉਹ ਕਹਿੰਦੇ ਮੈਂ ਛੱਡ ਕੇ ਅੱਜ ਇੱਥੇ ਬੈਠੀਆਂ ਕਾਨਿਆਂ ਵਾਲੇ ਤੰਬੂ ਦੇ ਵਿੱਚ ਦੇਖੋ ਜੀ ਮੈਂ ਲੋਕ ਵੈਸੇ ਮੈਨੂੰ ਕਹਿ ਦਿੰਦੇ ਬੜਾ ਸਿੱਧਾ ਜਿਹਾ ਬੰਦਾ ਪਰ ਇੰਨਾ ਵੀ ਸਿੱਧਾ ਨਹੀਂ ਮੈਂ ਜੇ ਗੱਲਾਂ ਕਰਨ ਲੱਗ ਗਿਆ ਨਾ ਤਾਂ ਬਹੁਤ ਗੱਲਾਂ ਹੋ ਜਾਣਗੀਆਂ ਉੱਥੇ ਮੈਂ ਤੁਹਾਨੂੰ ਇੱਕ ਕਹਾਣੀ ਵੀ ਸੁਣਾ ਦਿੰਦਾ ਫਿਰ ਜੇ ਏਡੀ ਗੱਲ ਹੈ ਵੀ ਦੇਖੋ ਜੀ ਕਰੋੜਾਂ ਦੀਆਂ ਫਿਲਮਾਂ ਕਰਕੇ ਛੱਡ ਕੇ ਫਿਰ ਤੁਸੀਂ ਇੱਥੇ ਕੀ ਕਰਦੇ ਫਿਰਦੇ ਹੋ ਮੈਨੂੰ ਐਂ ਦੱਸੋ ਫਿਰ ਤੁਸੀਂ ਹੁਣ ਮੈਂ ਫਿਲਮ ਕਰ ਰਿਹਾ ਉਹ ਹੁਣ 1.5-2 ਲੱਖ ਰੁਪਏ ਦੇ ਵਿੱਚ ਤੁਸੀਂ ਕਿਉਂ ਫਿਲਮ ਕਰਦੇ ਹੋ ਫਿਰ ਕਰੋੜਾਂ ਦੀ ਫਿਲਮਾਂ ਛੱਡ ਕੇ ਔਰ ਜਿਹੜੀ ਫਿਲਮ ਦੀ ਗੱਲ ਸੋਨੀਆ ਕਰਦੀ ਆ ਵੀ ਮੈਂ ਉਹ ਫਿਲਮ ਕਰੀ ਆ ਉਹ ਮੈਨੂੰ ਲੱਗਦਾ ਹੀਰੋ ਨੇ ਵੀ ਨਹੀਂ ਦੇਖੀ ਹੋਣੀ ਆ ਫਿਲਮ ਉਹ ਐਡੀ ਵਾਹ ਜਾਂ ਤਾਂ 3rd ਕਲਾਸ ਫਿਲਮ ਹੈ ਫਿਰ ਮੈਂ ਸਿੱਧਾ ਹੋਵਾਂ ਤਾਂ ਫਿਰ ਮੈਂ ਇਹੀ ਆਖੂੰਗਾ ਕਿਹੜੀ ਫਿਲਮ ਹੀਰੋ ਐਂਡ ਹੀਰ ਸਮਥਿੰਗ ਫਿਲਮ ਹੈਗੀ ਆ ਹਿਮੇਸ਼ ਰੇਸ਼ਮੀਆ ਦੀ ਉਹ ਵੀ ਸਲਮਾਨ ਚਲੋ ਹੁਣ ਤੁਸੀਂ ਰਹਿਣ ਤੋਂ ਬਾਹਲਾ ਕੁਝ ਨਾ ਬੁਲਵਾਓ ਮੇਰੇ ਤੋਂ ਕਾਫੀ ਗੱਲਾਂ ਹੋ ਜਾਂਦੀਆਂ ਹੁੰਦੀਆਂ ਹਨ ਤੇ ਉਹ ਹਿਮੇਸ਼ ਰੇਸ਼ਮੀਆ ਦੀ ਫਿਲਮ ਹੈ ਜੀ ਉਹ ਤੇ ਉਹ ਆਈ ਸੀ ਮਤਲਬ ਦਾ ਜ਼ਿਕਰ ਕੀਤਾ ਤੁਸੀਂ ਹਾਂ ਸਲਮਾਨ ਭਾਈਜਾਨ ਹਾਂ ਸਲਮਾਨ ਐਕਚੁਅਲੀ ਉਹ ਫਿਲਮ ਕਿਉਂਕਿ ਸੋਨੀਆ ਨਾ ਕਾਫੀ ਉੱਥੇ ਕਹਿ ਰਹੀ ਸੀ ਕਿ ਮੈਨੂੰ ਫਿਲਮ ਦਵਾਓ ਕਿਉਂਕਿ ਸੋਨੀਆ ਨੇ ਵਿਚਾਰੀ ਨੇ ਬਥੇਰੀਆਂ ਸਰਜਰੀਆਂ ਫੇਸ ਦੀਆਂ ਕਰਾ ਕੇ ਆਪਦੀਆਂ ਤੇ ਉੱਥੇ ਕਿਹਾ ਕਿ ਮੈਂ ਇੰਨੀ ਆਹ ਕੀਤਾ ਉਹ ਕੀਤਾ ਤੇ ਮੈਂ ਇੰਨੀ ਮਿਹਨਤ ਕਰੀ ਆਪਦੇ ਫੇਸ ਤੇ ਮੈਨੂੰ ਤੁਸੀਂ ਕੰਮ ਨਹੀਂ ਦਿੰਦੇ ਨਹੀਂ ਕਰਦੇ ਉਹ ਨਹੀਂ ਕਰਦੇ ਉੱਥੇ ਸਲਮਾਨ ਖਾਨ ਦੇ ਗਰੁੱਪ ਦੇ ਵਿੱਚ ਜਾ ਕੇ ਕਿਹਾ ਤਾਂ ਫਿਰ ਸਲਮਾਨ ਖਾਨ ਦੇ ਗਰੁੱਪ ਨੇ ਸਿਰਫ ਉਹ ਹਿਮੇਸ਼ ਨੂੰ ਕਿਹਾ ਹੋਣਾ ਭਾਈਆਂ ਨੇ ਵੀ ਯਾਰ ਦੇ ਕੋਈ ਗੱਲ ਨਹੀਂ ਜਾਂ ਤੂੰ ਕੁੜੀ ਆਈ ਹੈ ਕੋਈ ਚੱਕਰ ਨਹੀਂ ਤੇ ਉਹਨਾਂ ਨੇ ਇਹ ਫਿਲਮ ਇੱਕ ਉਹਨਾਂ ਨੂੰ ਦੇਤੀ ਠੀਕ ਹੈ ਜੀ ਉਹ ਫਿਲਮ ਹੁਣ ਤੁਸੀਂ ਦੇਖੀ ਫਿਲਮ ਉਹ ਤਾਂ ਪਰਸਨਲ ਅਟੈਕ ਹੋ ਗਿਆ ਹੁਣ ਮੈਨੂੰ ਲੱਗਦਾ ਕਿ ਤੁਸੀਂ ਜੇ ਕਿਸੇ ਨੇ ਸਰਜਰੀ ਕਰਾਈ ਜਾਂ ਕੀ ਕੀਤਾ ਇਹ ਤਾਂ ਪਰਸਨਲ ਅਟੈਕ ਮੇਰੀ ਗੱਲ ਸੁਣੋ ਅਗਰ ਨੂੰ ਡਰਪੋਕ ਕਹਿਤਾ ਤਾਂ ਅੱਜ ਤੁਸੀਂ ਨਹੀਂ ਫਿਰ ਠੀਕ ਹੈ ਜੀ ਅਗਰ ਕੋਈ ਮੇਰੇ ਤੇ ਪਰਸਨਲ ਅਟੈਕ ਕਰੂਗਾ ਤੇ ਫਿਰ ਮੈਂ ਨਹੀਂ ਕਰ ਸਕਦਾ ਅਗਰ ਮੈਨੂੰ ਸ਼ਰਮ ਡਰਪੋਕ ਕਹਿ ਰਿਹਾ ਕੋਈ ਬੰਦਾ ਤੇ ਫਿਰ ਮੈਂ ਵੀ ਤਾਂ ਫਿਰ ਦੱਸੂਗਾ ਨਾ ਵੀ ਮੈਂ ਕਿੱਡਾ ਕਿ ਡਰਪੋਕ ਹੈ ਮੈਨੂੰ ਕੀ ਪਤਾ ਕੀ ਨਹੀਂ ਪਤਾ ਫਿਰ ਮੈਂ ਵੀ ਤਾਂ ਬੋਲੂੰਗਾ ਕਿਉਂ ਨਹੀਂ ਬੋਲੂੰਗਾ ਮੈਂ ਫਿਰ ਤਾਂ ਮੈਂ ਸੱਚੀ ਡਰਪੋਕ ਹੋ ਜਾਊਂਗਾ 1.5 ਲੱਖ ਤੁਸੀਂ ਕਹਿ ਰਹੇ ਹੋ 1.5 ਲੱਖ 'ਚ ਫਿਲਮ ਕਰ ਲਈ 1.5 ਕਰੋੜ ਦੀ ਫਿਲਮ ਛੱਡ ਕੇ ਦੇਖੋ ਜੇ ਇੰਨਾ ਹੀ ਸੀਗਾ 1.5 ਕਰੋੜ ਦੀ ਫਿਰ ਜਾਂ ਤਾਂ ਇਹ ਵੀ ਨਾ ਕਰਦੇ ਇਹਨੂੰ ਹੀ ਮਨਾ ਕਰ ਦਿੰਦੇ ਜਾਂ ਤਾਂ ਜੇ 9 ਕਰੋੜਾਂ ਦੀਆਂ ਫਿਲਮਾਂ ਛੱਡ ਕੇ ਆਏ ਫਿਰ ਇਹ ਫਿਲਮ ਕਿਉਂ ਕੀਤੀ ਇਹ ਵੀ ਛੱਡ ਦੇਣੀ ਸੀ ਸੰਘਰਸ਼ ਦੀ ਖਾਤਰ ਟਾਈਮ ਤਾਂ ਉਨਾ ਹੀ ਜਾਂਦਾ ਨਾ ਇੱਕ ਫਿਲਮ ਜਦੋਂ ਬਣਾਉਣੇ ਆਪਾਂ ਟਾਈਮ ਤਾਂ ਉਨਾ ਹੀ ਲੱਗਿਆ ਨਾ ਉਧਰ ਵੀ ਫਿਰ ਆਪਾਂ ਕਰੋੜਾਂ ਦੀਆਂ ਫਿਲਮਾਂ ਛੱਡ ਕੇ ਲੱਖਾਂ 1.5-2 ਲੱਖ ਰੁਪਏ ਦੀ ਫਿਲਮ ਕਿਉਂ ਕਰ ਰਹੇ ਆ ਫਿਰ ਤਾਂ ਆਪਾਂ ਕਰੋੜ ਰੁਪਏ ਦੀ ਫਿਲਮ ਕਰਕੇ ਆਉਂਦੇ ਉਹੀ 15 ਦਿਨ ਤੁਸੀਂ ਇੱਧਰ ਵੇਸਟ ਕੀਤੇ ਉਹੀ 15 ਦਿਨ ਉੱਧਰ ਵੇਸਟ ਹੋਣੇ ਸੀ ਫਿਰ ਤੁਸੀਂ ਕਰੋੜ ਰੁਪਏ ਕਮਾਉਂਦੇ ਤੁਸੀਂ ਕਹਿ ਰਹੇ ਹੋ ਕਿ ਦੀਪ ਸਿੱਧੂ ਇੱਕ ਲਾਈਫ ਸਟਾਈਲ ਜਿਉਂਦਾ ਸੀ ਉਹ ਛੱਡ ਕੇ ਇੱਥੇ ਬੈਠਾ ਹੈ ਉਹੀ ਗੱਲ ਉਹ ਕਹਿ ਰਹੇ ਗੱਲ 'ਚ ਫਰਕ ਕੀ ਹੈ ਬਹੁਤ ਵੱਡਾ ਫਰਕ ਹੈ ਜੀ ਕਿੱਥੇ ਦੀਪ ਸਿੱਧੂ ਕਿੱਦਾਂ ਦੀਆਂ ਗੱਲਾਂ ਕਮਾਲ ਕਰੀ ਜਾਂਦੇ ਦੀਪ ਸਿੱਧੂ ਤਾਂ ਮਤਲਬ ਦਾ ਵੀ ਜਿਨ੍ਹਾਂ ਦੀਆਂ ਫਿਲਮਾਂ ਦੀ ਗੱਲ ਕਰਦੇ ਨੇ ਇਹ ਉਹਨੇ ਇੱਕ ਦੀ ਦੀਪ ਸਿੱਧੂ ਦੀ ਕਾਰ ਹੀ ਹੋਣੀ ਹੈ ਇੱਕ ਮੇਰੇ ਹਿਸਾਬ ਨਾਲ ਠੀਕ ਹੈ ਨਹੀਂ ਦੀਪ ਸਿੱਧੂ ਨਾਲ ਤੁਸੀਂ ਕੰਪੇਅਰ ਕਰ ਸਕਦੇ ਨਹੀਂ ਬਹੁਤ ਫਰਕ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਕਿੱਥੇ ਦੀਪ ਸਿੱਧੂ ਖੇਡਦਾ ਸੀ ਕਿਹੜੀਆਂ ਗੱਲਾਂ ਸੀ ਦੀਪ ਸਿੱਧੂ ਨੇ ਜਦੋਂ ਸੋਚਿਆ ਕਿ ਮੈਂ ਹੁਣ ਐਕਟਰ ਬਣਨਾ ਉਹਨੇ ਤਾਂ 5 ਫਿਲਮਾਂ ਆਪਦੀ ਜੇਬ 'ਚ ਬਣਾ ਲਈਆਂ ਫਿਰ ਉਹਨੇ ਤਾਂ 5 ਫਿਲਮਾਂ ਆਪਦੀ ਜੇਬ 'ਚ ਕ੍ਰੀਏਟ ਕਰਤੀਆਂ ਆਪਦੇ ਵਾਸਤੇ ਕੰਮ ਪੈਦਾ ਕੀਤਾ ਉਹਨੇ ਤਾਂ ਕਿਸੇ ਤੋਂ ਕੰਮ ਮੰਗਿਆ ਹੀ ਨਹੀਂ ਹੈ ਇਹ ਤੁਸੀਂ ਦੀਪ ਸਿੱਧੂ ਨਾਲ ਨਹੀਂ ਕੰਪੇਅਰ ਕਰ ਸਕਦੇ ਗਾਂ ਵੀ ਬਣ ਸਕਦੀਆਂ ਬਣਾਵਾਂਗੇ ਜੀ ਬਿਲਕੁਲ ਬਣਾਵਾਂਗੇ ਫਿਲਮਾਂ ਹੋਰ ਕੀ ਕਰਨਾ ਫਿਲਮਾਂ ਬਣਾਉਣੀਆਂ ਤੇ ਬਾਕੀ ਇਹ ਕਿ ਦੀਪ ਗਰਾਰੀ ਹੈ ਬਹੁਤ ਵੱਡੀ ਉਹਦਾ ਇਹ ਨਹੀਂ ਪਤਾ ਕਿ ਹੁਣ ਆਖੇ ਵੀ ਨਹੀਂ ਹੁਣ ਆਪਾਂ ਪੰਜਾਬ ਵਾਸਤੇ ਲੜਨਾ ਹੀ ਆ ਹੁਣ ਪੂਰਾ ਖੁੱਲ ਕੇ ਲੜਨਾ ਪਰ ਉਹਨੂੰ ਅਸੀਂ ਫਿਲਮਾਂ ਹੀ ਬਣਾਵਾਂਗੇ ਯਾਰ ਐਸੀ ਗੱਲ ਨਹੀਂ ਕਿਉਂਕਿ ਮੈਂ ਜ਼ੋਰ ਪਾਉਂਗਾ ਕਿ ਨਹੀਂ ਫਿਲਮਾਂ ਵੀ ਕਰਨੀਆਂ ਅਸੀਂ ਫਿਲਮਾਂ ਵੀ ਬਣਾਵਾਂਗੇ ਤੇ ਬਾਕੀ ਜੋ ਉਹਦੀ ਆਪਦੀ ਦੀਪ ਦੀ ਹੈਗੀ ਹੈ ਕਿ ਮੈਂ ਪੰਜਾਬ ਵਾਸਤੇ ਲੜਨਾ ਤਾਂ ਉਹਦੇ ਨਾਲ ਵੀ ਅਸੀਂ ਖੜਾਂਗੇ ਜੇ ਉਹ ਪੰਜਾਬ ਵਾਸਤੇ ਅੱਗੇ ਲੜਨਾ ਚਾਹੂਗਾ ਤੇ ਅਸੀਂ ਉਹਦੇ ਪਿੱਛੇ ਖੜਾਂਗੇ ਤੇ ਬਿਲਕੁਲ ਸਪੋਰਟ ਕਰਾਂਗੇ ਉਹਨੂੰ ਜਿਵੇਂ ਹੁਣ ਤੱਕ ਕਰਦੇ ਆਂ ਅੱਗੇ ਵੀ ਇਹੀ ਕਰਾਂਗੇ ਅਸੀਂ ਮੈਨੂੰ ਇਹ ਦੱਸੋ ਕਿ ਬਹੁਤ ਗੱਲਾਂ ਹੁੰਦੀਆਂ ਕਿ ਚੋਣਾਂ ਲੜਨ ਵਾਸਤੇ ਸਾਰਾ ਕੁਝ ਕੀਤਾ ਗਿਆ ਸਿਆਸਤ 'ਚ ਆਉਣਾ ਸੀ ਸ਼ਾਇਦ ਤੁਸੀਂ ਤਾਂ ਇੰਨੇ ਨੇੜੇ ਹੋ ਤੁਸੀਂ ਕਹਿ ਰਹੇ ਹੋ ਮੇਰਾ ਭਰਾ ਹੈ ਤੁਹਾਡੇ ਨਾਲ ਤਾਂ ਇਹ ਗੱਲਬਾਤ ਕੀਤੀ ਹੋਣੀ ਹੈ ਦੇਖੋ ਜੀ ਦੀਪ ਨੇ ਕਦੇ ਵੀ ਇਹ ਨਹੀਂ ਆਖਿਆ ਕਿ ਮੈਂ ਇਲੈਕਸ਼ਨ ਲੜੂੰਗਾ ਉਹਨੇ ਕਿਹਾ ਸੀਗਾ ਕਿ ਇੱਕ ਇਹੋ ਜੀ ਆਪਾਂ ਇੱਕ ਇਹੋ ਜੀ ਪਾਰਟੀ ਜਿਹੜੀ ਕਿ ਦੇਖੋ ਉਹ ਪੰਜਾਬ ਦਾ ਨਾ ਬਹੁਤ ਜ਼ਿਆਦਾ ਹਿਤੈਸ਼ੀ ਹੈ ਨਾ ਪੰਜਾਬ ਦਾ ਨੂੰ ਲੈ ਕੇ ਉਹ ਬਹੁਤ ਸੋਚਦਾ ਉਹਨੇ ਇਹ ਕਿਹਾ ਕਿ ਪੰਜਾਬ ਬਹੁਤ ਪਿੱਛੇ ਹੋ ਗਿਆ ਪੰਜਾਬ ਨੂੰ ਲੀਡਰਾਂ ਨੇ ਬਹੁਤ ਬੁਰਾ ਮਤਲਬ ਕਿ ਪੰਜਾਬ ਦੇ ਨਾਲ ਕੀਤਾ ਪੰਜਾਬ ਨੂੰ ਬਹੁਤ ਪਿੱਛੇ ਛੱਡਤਾ ਠੀਕ ਹੈ ਪੰਜਾਬ ਨਾਲ ਧੋਖੀ ਹੁੰਦੇ ਆਏ ਨੇ ਤੇ ਉਹਨੂੰ ਇਹ ਦਰਦ ਸੀ ਇਸ ਕਰਕੇ ਉਹਨੇ ਕਿਹਾ ਕਿ ਆਪਾਂ ਇੱਕ ਇਮਾਨਦਾਰ ਪਾਰਟੀ ਖੜੀ ਕੀਤੀ ਜਾਵੇ
ਠੀਕ ਹੈ। ਇਮਾਨਦਾਰ ਪਾਰਟੀ ਕਿਵੇਂ ਰਹੂਗੀ ਵੀ ਕੋਈ ਵੀ ਬੰਦਾ ਜਦੋਂ ਪਾਵਰ ਚ ਆਉਂਦਾ ਪੈਸਾ ਦੇਖਦਾ ਤਾਂ ਵੱਡਿਆਂ ਵੱਡਿਆਂ ਦਾ ਦਿਮਾਗ ਹਿੱਲ ਜਾਂਦਾ ਹਨਾ। ਤੇ ਇਸ ਕਰਕੇ ਉਹਨੇ ਇਹ ਕਿਹਾ ਸੀਗਾ ਕਿ ਮੈਂ ਲੀਡਰ ਨਹੀਂ ਬਣੂੰਗਾ, ਮੈਂ ਇੱਕ ਪਾਰਟੀ ਖੜੀ ਕਰਕੇ ਉਹਦੇ ਉੱਪਰ ਇੱਕ ਉਹ ਗਰੁੱਪ ਬਣਾ ਕੇ ਰੱਖੂੰਗਾ ਜਿਹੜਾ ਕਿ ਉੱਤੇ ਕੁੰਡਾ ਮਾਰ ਕੇ ਰੱਖਣਗੇ, ਜਿਹੜੇ ਕਿ ਜੇ ਉਹ ਗਲਤ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਉਹਨਾਂ ਨੂੰ ਉੱਪਰੋਂ ਟੋਕਾਂਗੇ, ਭਾਈ ਤੂੰ ਗਲਤ ਹੈ, ਇਹ ਅਸੀਂ ਤੈਨੂੰ ਨਹੀਂ ਕਰਨ ਦੇਵਾਂਗੇ। ਵੀ ਅਸੀਂ ਉਸ ਪਾਸੇ ਬੈਠਾਂਗੇ, ਅਸੀਂ ਆਪਦੀ ਪਾਰਟੀ ਖੜੀ ਕਰਕੇ ਵੀ ਉਸ ਪਾਰਟੀ ਦੇ ਆਪੋਜ਼ਿਟ ਖੜੇ ਹੋਵਾਂਗੇ, ਤੁਸੀਂ ਕੰਮ ਕਰੋ, ਅਸੀਂ ਤੁਹਾਨੂੰ ਜੇ ਤੁਸੀਂ ਗਲਤ ਕਰੋਗੇ ਤਾਂ ਅਸੀਂ ਤੁਹਾਨੂੰ ਰੋਕਾਂਗੇ। ਇਹ ਦੀਪ ਸਿੱਧੂ ਦਾ ਸੋਚ ਹੈ, ਉਹਦੀ ਇਹ ਵਿਚਾਰ ਨੇ। ਇਹ ਮੇਰੇ ਨਾਲ ਉਹਦੀ ਗੱਲ ਵੀ ਹੋਈ ਹੈ ਕਿ ਮੈਂ MLA MP ਨਹੀਂ ਬਣੂੰਗਾ, ਮੈਂ ਬਣਾਉਂਗਾ ਔਰ ਪਾਰਟੀ ਖੜੀ ਕਰੂੰਗਾ। ਪਾਰਟੀ ਵਾਸਤੇ ਮਤਲਬ ਕਿ ਇੱਕ ਪਾਰਟੀ ਹੋਊਗੀ ਜਿਹੜੀ ਕਿ ਪੰਜਾਬ ਦੀ ਰੂਲਿੰਗ ਪਾਰਟੀ ਹੋਊਗੀ, ਪੰਜਾਬ ਨੂੰ ਰੂਲ ਕਰੂਗੀ, ਪੰਜਾਬ ਦੀ ਤਰੱਕੀ ਵਾਸਤੇ ਵਰਕ ਕਰੂਗੀ। ਅਸੀਂ ਉਹਨਾਂ ਦੇ ਆਪੋਜ਼ਿਟ ਦੇ ਵਿੱਚ ਰਵਾਂਗੇ ਵੀ ਤੁਸੀਂ ਕੰਮ ਕਰੋ, ਅਸੀਂ ਅਗਰ ਤੁਸੀਂ ਕੁਝ ਗਲਤ ਕਰੋਗੇ ਤਾਂ ਅਸੀਂ ਐਜ਼ ਅ ਆਵਾਮ ਤੁਹਾਡੇ ਆਪੋਜ਼ਿਟ ਤੁਹਾਡੇ ਬੋਲਾਂਗੇ ਤੇ ਤੁਹਾਨੂੰ ਗਾਈਡ ਕਰਾਂਗੇ। ਜੇ ਜੋਰੇ ਦਾ ਕਿਰਦਾਰ ਤਾਂ ਨਹੀਂ ਸਿਰ ਚੜ ਕੇ ਬੋਲਣ ਲੱਗ ਗਿਆ ਵੀ ਜੋਰੇ 'ਚ ਇਸ ਤਰ੍ਹਾਂ ਹੋ ਗਿਆ ਸੀ ਤੇ ਸ਼ਾਇਦ ਅਸਲ ਜ਼ਿੰਦਗੀ 'ਚ ਵੀ ਐ ਹੋ ਜਾਊਗਾ? ਨਹੀਂ ਦੀਪ ਬੜਾ ਇੰਟੈਲੀਜੈਂਟ ਔਰ ਬੜਾ ਹਾਈਲੀ ਐਜੂਕੇਟਡ ਬੰਦਾ ਹੈ ਨਾ, ਕੋਈ ਇਦਾਂ ਦਾ ਹੋਸ਼ਾ ਆਦਮੀ ਤਾਂ ਹੈ ਨਹੀਂਗਾ। ਉਹ ਫਿਲਮ ਇੱਕ ਫਿਲਮ ਹੁੰਦੀ ਆ, ਉਹ ਇੱਕ ਐਂਟਰਟੇਨਮੈਂਟ ਹੈ, ਉਹਨੂੰ ਜਿਉਣਾ ਇੱਕ ਵੱਖਰੀ ਗੱਲ ਆ ਤੇ ਉਹ ਵੀ ਇੱਕ ਜਨੂਨ ਹੁੰਦਾ। ਵੈਸੇ ਲੋਕ ਜਿਉਂਦੇ ਨੇ। ਉਹ ਜੀ ਕਹਾਣੀ ਨਹੀਂ ਲੱਗ ਰਹੀ, ਫਿਲਮ ਵਰਗੀ ਕਹਾਣੀ ਨਹੀਂ ਲੱਗ ਰਹੀ। ਬਿਲਕੁਲ ਫਿਲਮ ਜੇਲ੍ਹ ਜਾਣਾ, ਦੀਪ ਸਿੱਧੂ ਉਹਦੇ 'ਚ ਜੇਲ੍ਹ ਜਾਂਦਾ, ਇਹਦੇ ਇੱਥੇ ਜੇਲ੍ਹ ਜਾ ਰਿਹਾ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਬਣਾ ਸਕਦਾ ਸੀ, ਉੱਥੇ ਵੀ ਇਹੀ ਇਲੈਕਸ਼ਨ ਲੜਦਾ ਜਾ ਕੇ। ਦੇਖੋ ਜੀ, ਫਿਲਮ ਜਿਹੜੀ ਹੁੰਦੀ ਹੈ ਨਾ, ਫਿਲਮ ਕੀ ਹੁੰਦਾਗਾ, ਫਿਲਮ ਸਮਾਜ ਦੇ ਵਿੱਚੋਂ ਇੱਕ ਆਈਡੀਆ ਸਮਾਜ ਦੇ ਵਿੱਚੋਂ ਲਿਆ ਜਾਂਦਾ। ਸਮਾਜ ਸਾਨੂੰ ਇੱਕ ਆਈਡੀਆ ਦਿੰਦਾ, ਅਸੀਂ ਉਸ ਆਈਡੀਆ ਨੂੰ ਡਿਵੈਲਪ ਕਰਦੇ ਹਾਂ, ਉਸ ਨੂੰ ਅਸੀਂ ਪਰਦੇ ਤੇ ਲੈ ਕੇ ਆਉਂਦੇ ਹਾਂ, ਫਿਲਮ ਬਣਾਉਂਦੇ ਹਾਂ ਤੇ ਵਾਪਸ ਸਮਾਜ ਦੇ ਵਿੱਚ ਚਲੀ ਜਾਂਦੀ ਉਹ ਚੀਜ਼। ਇੱਕ ਗੱਲ ਸਮਾਜ ਦੇ ਵਿੱਚ ਉੱਠਦੀ ਹੈ, ਉਹ ਇੱਕ ਕ੍ਰੀਏਟਿਵ ਬੰਦੇ ਦੇ ਦਿਮਾਗ 'ਚ ਜਾਂਦੀ ਹੈ, ਕ੍ਰੀਏਟਿਵ ਬੰਦੇ ਦੇ ਦਿਮਾਗ ਤੋਂ ਕੈਮਰੇ 'ਚ ਆਉਂਦੀ ਹੈ, ਕੈਮਰੇ ਤੋਂ ਕੰਪਿਊਟਰ ਤੇ ਜਾਂਦੀ ਹੈ, ਕੰਪਿਊਟਰ ਤੋਂ ਐਡੀਟਰ ਉਹਨੂੰ ਬਣਾ ਕੇ ਤੇ ਵਾਪਸ ਪਰਦੇ ਤੇ ਆਉਂਦਾ, ਪਰਦੇ ਦੇ ਨਾਲ ਉਹ ਵਾਪਸ ਸਮਾਜ ਦੇ ਵਿੱਚ ਆ ਜਾਂਦੀ ਹੈ। ਸਮਾਜ ਦੀਆਂ ਗੱਲਾਂ ਸਮਾਜ ਦੇ ਵਿੱਚ ਆ ਜਾਂਦੀਆਂ ਤੇ ਇਹ ਉਹੀ ਚੀਜ਼ ਹੈ ਇੱਕ ਤਰ੍ਹਾਂ ਦੀ। ਜੋਰਾ ਦੀ ਜਿਹੜੀ ਸਟੋਰੀ ਹੈ ਉਹ ਨੀਅਰ ਟੂ ਲਾਈਫ ਹੈ, ਜੋ ਅੱਜ ਕੱਲ੍ਹ ਹੁੰਦਾ ਜ਼ਿੰਦਗੀ ਦੇ ਵਿੱਚ ਆਮ ਹੋ ਰਿਹਾ। ਉਹ ਬਾਈ ਚਾਂਸ ਕੋਇਨਸੀਡੈਂਸ ਲਾ ਲਓ, ਹੋ ਹੀ ਉਦਾਂ ਰਿਹਾ ਜਿਵੇਂ ਜੋਰਾ ਦੇ ਵਿੱਚ ਸੀਗਾ, ਜੋ ਪੋਲੀਟੀਕਲ ਡਰਾਮਾ ਉਹਦੇ ਵਿੱਚ ਕੀਤਾ ਗਿਆ, ਜੋ ਵੀ ਗੈਂਗਸਟਰ ਲਾਈਫ ਸਟਾਈਲ ਦਿਖਾਇਆ ਗਿਆ। ਹੁਣ ਦੀਪ ਸਿੱਧੂ ਗੈਂਗਸਟਰ ਤਾਂ ਖੈਰ ਹੈ ਨਹੀਂ ਸੀ ਕਿਤੇ ਵੀ, ਤੇ ਉਹ ਤਾਂ ਇੱਕ ਹਾਈਲੀ ਐਜੂਕੇਟਡ ਬੰਦਾ ਸੀਗਾ ਤੇ ਉਹਦੇ ਦਿਮਾਗ ਦੇ ਵਿੱਚ ਵਿਚਾਰ ਸੀਗੇ, ਪੰਜਾਬ ਪ੍ਰਤੀ ਪਿਆਰ ਸੀਗਾ ਤੇ ਉਸ ਨੂੰ ਲੈ ਕੇ ਉਹ ਫੈਡਰਲ ਢਾਂਚੇ ਦੀਆਂ ਗੱਲਾਂ ਜਾਂ ਹੋਰ ਵੀ ਖੁਦ ਮੁਖਤਿਆਰੀ, ਪੰਜਾਬ ਦੇ ਪਾਣੀਆਂ ਦੀਆਂ ਸਾਰੀਆਂ ਜਿੰਨੇ ਪੰਜਾਬ ਦੇ ਹੱਕ ਹੈ ਜਿਹੜੇ ਕਿ ਪੰਜਾਬ ਤੋਂ ਖੁੱਸ ਰਹੇ ਸੀ, ਉਹਨਾਂ ਦੀ ਉਹ ਗੱਲ ਕਰਦਾ ਤੇ ਸਟੇਜ ਤੇ ਵੀ ਆਹੀ ਗੱਲ ਕਰਦਾ। ਤੇ ਇਸ ਕਰਕੇ ਉਹ ਥੋੜਾ ਬਹੁਤ ਕਿਤੇ ਨਾ ਕਿਤੇ ਕੋਇਨਸੀਡੈਂਸ ਹੋ ਗਿਆ। ਗੱਲ ਤਾਂ ਕਿਸਾਨੀ ਦੀ ਹੋ ਰਹੀ ਸੀ, ਇਹ ਬੜਾ ਸਵਾਲ ਉੱਠਦਾ ਹੈ ਕਿ ਜਦੋਂ ਗੱਲ ਕਿਸਾਨੀ ਦੀ ਹੋ ਰਹੀ ਸੀ ਤਾਂ ਫਿਰ ਫੈਡਰਲ ਢਾਂਚੇ ਔਰ ਇਹਨਾਂ ਗੱਲਾਂ ਤੱਕ ਜਾਣ ਦੀ ਕੀ ਲੋੜ ਸੀ? ਦੇਖੋ ਜੀ, ਇਹ ਚੀਜ਼ ਦੇ ਨਾਲ ਜੁੜੀ ਹੋਈ ਹੈ, ਫੈਡਰਲ ਢਾਂਚੇ ਦੇ ਨਾਲ ਕਿਸਾਨੀ। ਦੇਖੋ ਸਾਡਾ ਪੰਜਾਬ ਜਿਹੜਾ ਹੈਗਾ, ਪੰਜਾਬ ਦੀ ਮੇਨ ਇਕਨੋਮੀ ਕਿਹੜੇ ਤੇ ਖੜੀ ਹੋਈ ਹੈ? ਐਗਰੀਕਲਚਰ ਤੇ ਖੜੀ ਹੋਈ ਹੈ। ਠੀਕ ਹੈ ਜੀ, ਐਗਰੀਕਲਚਰ ਸਾਡੀ ਮੇਨ ਕੈਪੀਟਲ ਜਿਹੜੀ ਹੈਗੀ ਹੈ ਪੰਜਾਬ ਦੀ, ਉਹ ਐਗਰੀਕਲਚਰ ਹੈ। ਸਾਡੇ ਕੋਲ ਕੋਈ ਇੰਡਸਟਰੀਆਂ ਤਾਂ ਹੈ ਨਹੀਂ ਗੀਆਂ, ਅਸੀਂ ਤਾਂ ਇਸੇ ਤੇ ਹੀ ਆ। ਇੱਕ ਫਸਲ ਆਉਂਦੀ ਹੈ, ਪੰਜਾਬ ਦੀ ਆਵਾਮ ਦੀ ਜੇਬ 'ਚ ਪੈਸਾ ਆਉਂਦਾ, ਉਹ ਮਾਰਕੀਟ ਜਾਂਦੀ ਹੈ ਤਾਂ ਮਾਰਕੀਟ ਘੁੰਮਦੀ ਹੈ ਤਾਂ ਪੂਰਾ ਇਹ ਸਿਸਟਮ ਘੁੰਮਦਾ। ਜਿਹੜੀ ਗੱਲ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ, ਫੈਡਰਲ ਢਾਂਚੇ ਦੇ ਵਿੱਚ ਕੀ ਹੈ? ਖੁਦ ਮੁਖਤਿਆਰੀ ਦੀ ਗੱਲ ਹੀ ਹੈ। ਅਸੀਂ ਆਪਦੇ ਹੱਕਾਂ ਦੀ ਗੱਲ ਹੀ ਕੀਤੀ ਹੈ ਨਾ, ਕਿ ਜੋ ਕਿਸਾਨੀ ਦੇ ਹੱਕ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਹੁਣ ਆਪਾਂ ਕਾਨੂੰਨਾਂ ਦੀ ਗੱਲ ਕਰੀਏ, ਇਹ ਕਾਨੂੰਨ ਜਿਹੜੇ ਸੈਂਟਰ ਨੇ ਬਣਾਤੇ ਆ, ਇਹੀ ਗੱਲ ਦੀਪ ਕਰਦੇ ਕਿ ਉਹਨਾਂ ਕੋਲ ਹੱਕ ਹੀ ਨਹੀਂ ਹੈ ਇਹ ਕਾਨੂੰਨ ਬਣਾਉਣ ਦਾ। ਠੀਕ ਹੈ ਨਾ, ਇਹੀ ਗੱਲ ਕਰ ਰਹੇ। ਫੈਡਰਲ ਢਾਂਚੇ ਦੇ ਵਿੱਚ ਕੀ ਹੈ? ਖੁਦ ਮੁਖਤਿਆਰੀ। ਸਾਰੇ ਹੱਕ ਸਾਡੇ ਕੋਲ ਹੋਣੇ ਚਾਹੀਦੇ, ਸਟੇਟ ਦੇ ਹੱਕ ਹੈ ਜਿਹੜੇ ਸਟੇਟ ਨੂੰ ਮਿਲਣੇ ਚਾਹੀਦੇ ਆ, ਤੇ ਉਹਦੇ ਸਟੇਟ ਦੇ ਵਿੱਚ ਸਾਡੇ ਐਗਰੀਕਲਚਰ ਦੇ ਹੱਕ ਹੀ ਹੈ ਸਾਰੇ। ਠੀਕ ਹੈ ਨਾ, ਪਾਣੀਆਂ ਦੀਆਂ ਗੱਲਾਂ, ਠੀਕ ਹੈ, ਜਿਹੜਾ ਤੁਸੀਂ ਆਪਣਾ ਅਨੰਦਪੁਰ ਸਾਹਿਬ ਵਾਲਾ ਜਿਹੜਾ ਮਤਾ ਉਹ ਤੁਸੀਂ ਦੇਖ ਲਓ, ਚ ਕੀ ਹੈ? ਸਾਰਾ ਐਗਰੀਕਲਚਰ ਨਾਲ ਰਿਲੇਟਡ ਗੱਲਾਂ ਬਾਤਾਂ ਨੇ ਸਾਰੀਆਂ। ਠੀਕ ਹੈ, ਤੇ ਫਿਰ ਫੈਡਰਲ ਢਾਂਚਾ ਕਿਸਾਨੀ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਉਹਦੀ ਗੱਲ ਬਾਰ-ਬਾਰ ਕੀਤੀ। ਕਿਉਂ ਉੱਠੇ ਦੀਪ ਤੇ ਨੀਅਤ ਤੇ ਕਿਉਂ ਸਵਾਲ ਉੱਠ ਗਏ? ਲੋਕਾਂ ਨੇ ਕਹਿਤਾ ਕਿ ਭਾਜਪਾ ਦਾ ਪਲਾਂਟਡ ਬੰਦਾ ਹੈ। ਦੇਖੋ ਜੀ, ਗੱਲਾਂ ਤਾਂ ਹੁੰਦੀਆਂ ਹੁੰਦੀਆਂ ਨੇ ਆਪੋਜੀਸ਼ਨ 'ਚ, ਕੁਛ ਨਾ ਕੁਛ ਤਾਂ ਉਹ ਕਹਿੰਦੇ ਹੁੰਦੇ ਨਾ, ਕੁਛ ਤਾਂ ਲੋਕ ਕਹੇਂਗੇ, ਲੋਗੋਂ ਦਾ ਕੰਮ ਹੈ ਕਹਿਣਾ। ਹੁਣ ਲੋਕਾਂ ਨੇ ਤਾਂ ਕੁਛ ਕਹਿਣਾ ਸੀ, ਲੋਕਾਂ ਨੂੰ ਕੁਛ ਹੋਰ ਮਿਲਿਆ ਨਹੀਂ। ਦੀਪ ਦੀਆਂ ਗੱਲਾਂ ਨਹੀਂ ਜਾਂ ਤਾਂ ਲੋਕਾਂ ਨੂੰ ਸਮਝ ਆਈਆਂ। ਜਿਹੜੇ ਕਈ ਲੋਕਾਂ ਦੇ ਕੱਦ ਬੌਣੇ ਲੱਗਣ ਲੱਗੇ ਸੀ, ਉਹਨਾਂ ਨੂੰ ਦੀਪ ਦੀ ਇੰਟੈਲੀਜੈਂਸ ਦੇ ਮੂਹਰੇ, ਦੀਪ ਦੀ ਅਕਲ ਦੇ ਮੂਹਰੇ, ਦੀਪ ਦੀ ਜਿਹੜੀ ਸੋਚ ਹੈ ਜਾਂ ਉਹਦੀ ਜੋ ਐਜੂਕੇਸ਼ਨ ਹੈ। ਕੌਣ ਐਸਾ ਬੰਦਾ ਜਿਹਦਾ ਕੌਣ ਐਸਾ ਮਹਿਸੂਸ ਕਰ? ਪਾਰਟਿਕੂਲਰ ਨਹੀਂ ਕਹਿ ਸਕਦੇ ਭਾਜੀ, ਜਿੰਨੇ ਵੀ ਆਪਣੇ ਪੋਲੀਟੀਕਲ ਲੀਡਰਸ ਹੈਗੇ ਨੇ ਜਾਂ ਹੋਰ ਜਿਨ੍ਹਾਂ ਨੇ ਵੀ ਇਹ ਸਾਰੇ ਜਿਹੜੇ ਕਹਿੰਦੇ ਨੇ ਕਿ ਭਾਜਪਾ ਦਾ ਬੰਦਾ, ਉਹਨਾਂ ਨੂੰ ਡਰ ਲੱਗਣ ਲੱਗ ਗਿਆ ਸੀਗਾ। ਇਹ ਭਾਜਪਾ ਦਾ ਬੰਦਾ ਕਹਿ ਕੇ ਆਪਦਾ ਖਹਿੜਾ ਛੜਿਆ ਉਹਨਾਂ ਨੇ। ਠੀਕ ਹੈ ਨਹੀਂ, ਭਾਜਪਾ ਦਾ ਬੰਦਾ ਕਹਿ ਕੇ ਦੀਪ ਨੂੰ ਪਾਸੇ ਕਰ ਦਿੱਤਾ ਗਿਆ। ਭਾਜਪਾ ਦਾ ਬੰਦਾ ਦਾ ਕੀ ਮਤਲਬ ਹੈ? ਮਤਲਬ ਤੁਸੀਂ ਕਿਵੇਂ ਕਹਿ ਰਹੇ ਹੋ ਭਾਜਪਾ ਦਾ ਬੰਦਾ? ਵੀ ਉਹਦੀਆਂ ਮੋਦੀ ਜੀ ਨਾਲ ਫੋਟੋਆਂ ਸ਼ੇਅਰ ਕਰਦੇ ਆ, ਉਹ ਕਹਿੰਦੇ ਅਮਿਤ ਸ਼ਾਹ ਨਾਲ ਮੋਦੀ ਨਾਲ ਫੋਟੋਆਂ ਨੇ। ਅੱਛਾ, ਮੈਂ ਤੁਹਾਨੂੰ ਸਨੀ ਦਿਓਲ ਦੇ ਕਲੋਜ਼ ਰਿਹਾ, ਸਨੀ ਦਿਓਲ ਤੋਂ ਨੇੜੇ ਤਾਂ ਮੋਦੀ ਅਮਿਤ ਸ਼ਾਹ ਦੇ ਇਸ ਵੇਲੇ ਕੋਈ ਨਹੀਂ। ਅੱਛਾ, ਫਿਰ ਇਹਦਾ ਮਤਲਬ ਕਿ ਭਾਜਪਾ ਦਾ ਬੰਦਾ ਹੋ ਗਿਆ। ਇਹਦਾ ਮਤਲਬ ਫਿਰ ਹੋਰ ਜਿਹੜੇ ਆਪਣੇ ਲੀਡਰ ਨੇ, ਜਿਹੜੇ ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਨਹੀਂ ਹੈਗੇ, ਜਿਹੜੇ ਹੋਰ ਸਾਡੇ ਕਰਪਟ ਲੀਡਰ ਨੇ, ਉਹਨਾਂ ਦੀਆਂ ਫੋਟੋਆਂ ਤੇ ਫਿਰ ਉਹਨਾਂ ਦੇ ਬੰਦੇ ਹੋ ਗਏ ਜੀ। ਫਿਰ ਇਹਦਾ ਮਤਲਬ ਤੇ ਇਹ ਆਪਾਂ ਕਹਿ ਸਕਦੇ ਹਾਂ। ਮੈਂ ਫੋਟੋਆਂ ਹੋਰ, ਫਿਰ ਮੈਂ ਤੁਹਾਨੂੰ ਹੋਰ ਬਥੇਰਿਆਂ ਦੀਆਂ ਫੋਟੋਆਂ ਦਿਖਾ ਦਿੰਦਾ ਤੁਹਾਨੂੰ ਲੀਡਰਸ ਦੇ ਨਾਲ, ਫਿਰ ਉਹਨਾਂ ਦੇ ਬੰਦੇ ਦਾ ਮਤਲਬ ਫਿਰ ਉਹ ਵੀ ਸਿੰਸੀਅਰ ਨਹੀਂ ਹੈਗੇ ਕਿਸਾਨੀ ਦੇ ਨਾਲ ਤਾਂ।
ਠੀਕ ਹੈ ਕਿ ਨਹੀਂ, ਫਿਰ ਤਾਂ ਉਹ ਵੀ ਸਿੰਸੀਅਰ ਨਹੀਂ ਹੈਗੇ। ਮੈਂ ਹੁਣ ਪਾਰਟਿਕੂਲਰਲੀ ਕਿਸੇ ਦਾ ਨਾਂ ਨਹੀਂ ਲੈ ਸਕਦਾ, ਪਰ ਬਹੁਤ ਬੰਦੇ ਨੇ ਜਿਹੜੇ ਕਿਸਾਨ ਨਹੀਂ ਬਣੇ ਹੋਏ ਨੇ, ਲੀਡਰ ਬਣੇ ਹੋਏ ਨੇ ਅੱਗੇ, ਪਰ ਉਹਨਾਂ ਦੀਆਂ ਜਿਹੜੇ ਕਹਿੰਦੇ ਨੇ ਕਿ ਦੀਪ ਸਿੱਧੂ ਬੀਜੇਪੀ ਦਾ ਬੰਦਾ, RSS ਦਾ ਬੰਦਾ, ਤੇ ਉਹਨਾਂ ਦੀਆਂ ਫੋਟੋਆਂ ਮੈਂ ਦਿਖਾ ਦਿੰਦਾ ਉਹਨਾਂ ਹੀ ਲੋਕਾਂ ਦੇ ਨਾਲ, ਤੇ ਫਿਰ ਇਹਦਾ ਮਤਲਬ ਉਹ ਵੀ ਫਿਰ ਉਹੀ ਹੋ ਗਿਆ। ਜਾਂ ਤਾਂ ਕੋਈ ਠੋਸ ਸਬੂਤ ਹੈਗਾ ਤਾਂ ਤੁਸੀਂ ਦਿਖਾਓ, ਇਹ ਥੋੜੀ ਨਾ ਗੱਲ ਹੁੰਦੀ ਹੈਗੀ। ਦੀਪ ਸਿੱਧੂ ਇੱਕ ਸਨੀ ਦਿਓਲ ਦਾ ਆਪਣਾ ਸਨੀ ਦਿਓਲ ਦਾ ਵਕੀਲ ਆ। ਵਕੀਲ ਇਕੱਲੇ ਸਨੀ ਦਿਓਲ ਦਾ ਨਹੀਂ, ਹੋਰ ਵੀ ਬਥੇਰਿਆਂ ਦਾ ਲੀਗਲ ਐਡਵਾਈਜ਼ਰ ਹੈ, ਤੇ ਇਸ ਕਰਕੇ ਉਹਨਾਂ ਦੇ ਕਲੋਜ਼ ਹੈ। ਕਲੋਜ਼ ਹੋਣ ਕਾਰਨ ਦੀਪ ਸਿੱਧੂ ਸਿਰਫ ਸਨੀ ਦਿਓਲ ਦਾ ਖਾਸ ਹੋਣ ਕਰਕੇ ਦੀਪ ਉਹਦਾ ਮਤਲਬ ਉਹਦੀ ਹਰ ਗੱਲ ਦੇ ਵਿੱਚ ਧਿਆਨ ਰੱਖਦਾ ਸੀਗਾ ਦੀਪ, ਠੀਕ ਹੈ, ਉਹਦਾ ਪੂਰਾ ਲੈਣ ਦੇਣ ਸਭ ਕੁਝ ਦੀਪ ਹੀ ਦੇਖਦਾ ਸੀ ਸਨੀ ਦਾ, ਇਕੱਲੇ ਸਨੀ ਦਾ ਨਹੀਂ, ਹੋਰ ਵੀ ਬਹੁਤ ਲੋਕਾਂ ਦਾ ਦੇਖਦਾ ਸੀ। ਪਰ ਇੱਥੇ ਗੱਲ ਸਨੀ ਦਿਓਲ ਦੀ ਆਈ ਹੈ, ਤਾਂ ਕਰਕੇ ਮੈਂ ਸਨੀ ਨੂੰ ਪਾਰਟਿਕੂਲਰਲੀ ਅੰਡਰਲਾਈਨ ਕਰ ਰਿਹਾ। ਸਨੀ ਬੀਜੇਪੀ ਚ ਆਇਆ ਕਿਉਂਕਿ ਸਨੀ ਦੀ ਫੈਮਿਲੀ ਸਾਰੀ ਬੀਜੇਪੀ ਸੀ। ਹੇਮਾ ਜੀ ਬੀਜੇਪੀ, ਧਰਮ ਜੀ ਨੇ ਬੀਜੇਪੀ ਵਿੱਚੋਂ ਇਲੈਕਸ਼ਨ ਲੜੀ, ਤਾਂ ਆਟੋਮੈਟਿਕਲੀ ਸਨੀ ਨੇ ਵੀ ਬੀਜੇਪੀ ਚ ਆਉਣਾ ਸੀਗਾ। ਕੈਰੀਅਰ ਸਨੀ ਦਾ ਹੁਣ ਖਤਮ ਹੀ ਸੀਗਾ, ਤਕਰੀਬਨ ਏਜ ਹੋ ਗਈ ਸੀ, ਉਹਨੇ ਹੁਣ ਕਿਤੇ ਨਾ ਕਿਤੇ ਤਾਂ ਜੰਪ ਕਰਨਾ ਹੀ। ਚਲੋ ਪੋਲਿਟਿਕਸ ਤਾਂ ਵਧੀਆ, ਹੋਰ ਕੀ ਹੋ ਸਕਦਾ, ਫੇਮ ਚ ਬੰਦਾ ਸੀਗਾ, ਲੋਕ ਜਾਣਦੇ ਸੀ, ਤਾਂ ਫੈਮਿਲੀ ਉਹਦੀ ਪਹਿਲਾਂ ਹੀ ਪੋਲੀਟੀਕਲ ਸੀਗੀ ਪਿੱਛੋਂ, ਤੇ ਉਹਨੇ ਆਖਿਆ ਚਲੋ ਆਪਾਂ ਵੀ ਪੋਲਿਟਿਕਸ ਦੇ ਵਿੱਚ ਟਰਾਈ ਕਰਦੇ ਹਾਂ। ਸਨੀ ਦਿਓਲ ਬੀਜੇਪੀ ਚ ਆਇਆ, ਤੇ ਇਹ ਇਹਦਾ ਲੀਗਲ ਐਡਵਾਈਜ਼ਰ ਸੀਗਾ, ਇਹਨੂੰ ਉਹਦੇ ਨਾਲ ਜਾਣਾ ਪੈਣਾ ਹੀ ਸੀਗਾ, ਇਹਨੇ ਉਹਨੂੰ ਐਡਵਾਈਸ ਦੇਣੀ ਸੀ, ਭਾਜੀ ਆਪਾਂ ਐਂ ਕਰਨਾ ਉਹ ਕਰਨਾ। ਇਸ ਕਰਕੇ ਉਹ ਸਨੀ ਦਿਓਲ ਦੇ ਨਾਲ ਆਇਆ। ਜੋ ਸਨੀ ਦਿਓਲ ਬੀਜੇਪੀ ਚ ਗਿਆ ਤਾਂ ਉੱਥੇ ਮੁਲਾਕਾਤਾਂ ਹੁੰਦੀਆਂ ਸੀ, ਇਹ ਨਾਲ ਹੁੰਦਾ ਸੀਗਾ, ਤੇ ਉੱਥੇ ਫਿਰ 2 ਫੋਟੋਆਂ ਖਿਚਾ ਲੀਆਂ, ਤਾਂ ਉਹਦੇ ਨਾਲ ਯਾਰ ਕੋਈ ਬੀਜੇਪੀ ਦਾ ਬੰਦਾ ਥੋੜੀ ਨਾ ਹੋ ਗਿਆ। ਤੁਹਾਨੂੰ ਨੀਅਤ ਤੇ ਇੰਟੈਂਸ਼ਨ ਤੇ ਕੋਈ ਸ਼ੱਕ ਨਹੀਂ ਹੈ? ਮਤਲਬ ਹੀ ਨਹੀਂ ਹੈ ਸਰ, ਜੇ ਕੋਈ ਇਦਾਂ ਦੀ ਗੱਲ ਹੋ ਜੇ ਤਾਂ ਮੈਂ ਗੱਲ ਲਾ ਦੂੰਗਾ। ਹੋਰ ਬੋਲੋ। ਤੁਸੀਂ ਕਹਿੰਦੇ ਹੋ ਕਿ ਭਰਾ ਹੈ ਤੁਹਾਡਾ, ਇੰਨਾ ਕੀ ਰਿਫਟ ਪੈ ਗਿਆ ਕਿ ਤੁਹਾਨੂੰ ਆਪਦੀ ਕੋ ਸਟਾਰ ਦੇ ਖਿਲਾਫ, ਉਹ ਤੁਹਾਡੇ ਖਿਲਾਫ, ਤੁਸੀਂ ਉਹਦੇ ਖਿਲਾਫ ਅੱਜ ਬੋਲਣਾ ਪੈ ਗਿਆ? ਨਹੀਂ, ਮੈਂ ਦੀਪ ਕਰਕੇ ਨਹੀਂ ਉਹਦੇ ਖਿਲਾਫ ਬੋਲ ਰਿਹਾ, ਸੋਨੀਆ ਨਾਥ ਦੇ ਖਿਲਾਫ ਮੈਂ ਦੀਪ ਕਰਕੇ ਨਹੀਂ ਬੋਲਿਆ, ਨਾ ਹੀ ਸੋਨੀਆ ਦੇ ਖਿਲਾਫ ਮੈਂ ਬੋਲਣਾ ਚਾਹੁੰਦਾ, ਨਾ ਹੀ ਮੈਂ ਬੋਲ ਰਿਹਾ। ਪਰ ਸੋਨੀਆ ਜਿਹੜੀ ਇਹ ਬਿਆਨ ਜੇ ਦਿੱਤਿਆ, ਇਹ ਬਕਵਾਸ ਕਰਨ ਦੀ ਕੀ ਲੋੜ ਆ? ਠੀਕ ਹੈ, ਚਲੋ ਆਪਾਂ ਇੰਟਰਵਿਊ ਕੀਤੀ, ਗੱਲ ਖਤਮ ਹੋ ਗਈ, ਡਰਪੋਕ ਹੈ ਫਲਾਣਾ ਤੁਮ ਕਰਨਾ। ਯਾਰ ਇੱਕ ਇੰਟਰਵਿਊ ਕਰੀ, ਗੱਲ ਖਤਮ। ਉਦੋਂ ਬਾਅਦ ਮੇਰੇ ਤੇ ਗੁੱਸੇ ਹੋਏ ਕਿਉਂਕਿ ਉਹਨਾਂ ਦੀ ਕੁਝ ਹੋਣੀ ਹੈ, ਕਿਉਂਕਿ ਉਹ ਬਹੁਤ ਦੇਰ ਦੇ ਸਟਰਗਲ ਕਰ ਰਹੇ ਸੀ ਉੱਥੇ, ਕਿਉਂਕਿ ਇਹਨਾਂ ਨੇ ਉੱਥੇ ਧਰਨੇ ਦੇ ਵਿੱਚ ਕਾਫੀ ਕੁਝ ਬੋਲਿਆ, ਜਿਹੜੇ ਕਿ ਆਪੋਜੀਟ ਲੋਕ, ਜਿਨ੍ਹਾਂ ਨੂੰ ਆਪੋਜੀਟ ਕਹਿੰਦੇ ਨੇ, ਵੈਸੇ ਤਾਂ ਕੋਈ ਆਪੋਜੀਟ ਨਹੀਂ ਹੈ, ਮੋਰਚਾ ਸਾਰਿਆਂ ਦਾ ਸਾਂਝਾ, ਸਾਰੇ ਇੱਕ ਹੋਣੇ ਚਾਹੀਦੇ ਆ, ਕਿਉਂਕਿ ਸਾਡੀ ਲੜਾਈ ਆਪਸ 'ਚ ਨਹੀਂ ਹੈਗੀ, ਲੜਾਈ ਮੋਦੀ ਖਿਲਾਫ ਹੈ, ਮੋਦੀ ਸਰਕਾਰ ਖਿਲਾਫ ਹੈ। ਇਹ ਬੇਵਕੂਫੀਆਂ ਗੱਲਾਂ ਨੇ ਜਿਹੜੀਆਂ ਆਪਸ 'ਚ ਲੜੀ ਜਾਂਦੇ ਨੇ, ਇੱਕ ਦੂਜੇ ਦੇ ਸਰਟੀਫਿਕੇਟ ਗਦਾਰੀ ਦੇ ਦੇਈ ਜਾਂਦੇ ਨੇ। ਇਹਨਾਂ ਨੇ ਸ਼ੁਰੂ ਕਰੀਆਂ ਜੀ, ਇਹਨਾਂ ਨੇ ਹੀ ਸ਼ੁਰੂ ਕਰੀਆਂ, ਇਹਨਾਂ ਨੇ ਗਦਾਰੀ ਦੇ ਸਰਟੀਫਿਕੇਟ ਦਿੱਤੇ। ਕੀ ਲੋੜ ਸੀ ਸੋਨੀਆ ਨੂੰ ਸਟੇਜ ਤੇ ਚੜ੍ਹ ਕੇ ਉੱਥੇ ਦੀਪ ਦੇ ਖਿਲਾਫ ਜ਼ਹਿਰ ਉਗਲਣ ਦੀ, ਲੱਖੇ ਦੇ ਖਿਲਾਫ ਜ਼ਹਿਰ ਉਗਲੀ ਉਹਨੇ। ਉਸ ਗੱਲ ਤੋਂ ਜਿਹੜੇ ਲੱਖੇ ਨੂੰ ਤੇ ਦੀਪ ਨੂੰ ਪਿਆਰ ਕਰਦੇ ਸੀ, ਉਹ ਇਹਦੇ ਆਪੋਜ਼ਿਟ ਹੋ ਗਏ। ਜਦੋਂ ਇਹਦੇ ਆਪੋਜ਼ਿਟ ਹੋ ਗਏ ਨੇ, ਸਾਰੇ ਬੰਦੇ ਇਹਦੇ ਖਿਲਾਫ ਬੋਲਣ ਲੱਗੇ, ਗਾਲਾਂ ਦੇਣ ਲੱਗੇ, ਕਿਉਂਕਿ ਆਵਾਮ ਕੁਝ ਵੀ ਬੋਲੂਗੀ ਜੀ, ਸਿੱਧੀ ਜੀ ਗੱਲ ਆ। ਤੇ ਉਸ ਕਰਕੇ ਅੱਛਾ, ਅਸੀਂ ਫਿਲਮ ਇਕੱਠੇ ਕਰ ਰਹੇ ਸੀਗੇ, ਤਾਂ ਉੱਥੇ ਅਸੀਂ ਇਕੱਠੇ ਹੋਏ, ਤਾਂ ਉੱਥੇ ਆ ਗੱਲਾਂ ਹੋਈਆਂ, ਆਪਾਂ ਲਾਈਵ ਹੋ ਗਿਆ। ਜਿਹੜੇ ਦੀਪ ਨੂੰ, ਲੱਖੇ ਨੂੰ ਪਿਆਰ ਕਰਦੇ ਸੀ, ਮੈਨੂੰ ਵੀ ਪਿਆਰ ਕਰਦੇ ਆ, ਉਹਨਾਂ ਨੇ ਮੈਨੂੰ ਕੁਐਸਚਨ ਕੀਤਾ, ਮੇਰੇ ਨਾਲ ਗੁੱਸੇ ਹੋਏ ਵੀ ਯਾਰ ਜਿਨ੍ਹਾਂ ਨੇ ਸਾਨੂੰ ਇੰਨਾ ਕੁਝ ਬੋਲਿਆ, ਤੂੰ ਉਹਨਾਂ ਦੇ ਨਾਲ ਬੈਠ ਕੇ ਇੰਟਰਵਿਊ ਕੀਤੀ, ਤਾਂ ਮੈਂ ਆਪਦਾ ਸਪਸ਼ਟੀਕਰਨ ਦਿੱਤਾ। ਇਹਦੇ ਨਾਲ ਮੈਂ ਡਰਪੋਕ ਹੋ ਗਿਆ। ਸੋਨੀਆ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਕਿ ਡਰਪੋਕ ਹੈ। ਨਹੀਂ ਗੱਲ ਹੋਈ, ਤੁਸੀਂ ਚਲੋ ਉਦੋਂ ਕੈਮਰੇ ਤੇ ਲਾਈਵ ਹੋ ਗਏ, ਉਦੋਂ ਇਲਾਵਾ ਚਰਚਾ ਨਹੀਂ ਹੋਈ। ਹੁਣ ਆਪਣੀ ਵੀ ਇੰਟਰਵਿਊ ਤੋਂ ਪਹਿਲਾਂ ਲੰਬੀ ਚਰਚਾ ਹੋਈ ਬਹੁਤ ਸਾਰੀਆਂ ਗੱਲਾਂ ਦੇ ਉੱਤੇ, ਤਾਂ ਕੀ ਤੁਹਾਡੀ ਉਦੋਂ ਪਹਿਲਾਂ ਚਰਚਾ ਨਹੀਂ ਹੋਈ ਕਦੇ ਦੀਪ ਨੂੰ ਲੈ ਕੇ, ਲੱਖੇ ਨੂੰ ਲੈ ਕੇ, ਜਥੇਬੰਦੀਆਂ ਨੂੰ ਲੈ ਕੇ? ਬਈ ਹੁੰਦੀ ਰਹਿੰਦੀ ਸੀ। ਅਸੀਂ ਅਕਸਰ ਜਦੋਂ ਹੋਟਲ ਤੋਂ ਸੈੱਟ ਤੇ ਆਉਂਦੇ ਸੀ ਨਾ, ਤਾਂ ਅਸੀਂ ਗੱਡੀ ਚ ਆਉਂਦੇ ਸੀ ਇੱਕ ਚ, ਠੀਕ ਹੈ, ਅਸੀਂ ਗੱਡੀ ਸ਼ੇਅਰ ਕਰਦੇ ਸੀ ਦੋਨੇ ਜਾਣੇ, ਗੱਲਾਂ ਬਾਤਾਂ ਕਰਦੇ, ਕਿਉਂਕਿ ਕਾਫੀ ਲੰਬਾ ਰਾਸਤਾ ਸੀਗਾ। ਅਸੀਂ ਚਲ ਟਾਈਮ ਪਾਸ ਕਰਦੇ ਚੱਲਾਂਗੇ, ਗੱਲਾਂ ਬਾਤਾਂ ਕਰਦੇ ਚੱਲਾਂਗੇ। ਇਹ ਕਲੀਅਰ ਕਰੋ, ਇਹ ਸ਼ੂਟਿੰਗ ਸੰਘਰਸ਼ ਦੇ ਦੌਰਾਨ ਹੋਈ ਕਿ ਸੰਘਰਸ਼ ਤੋਂ ਪਹਿਲਾਂ ਹੋਈ? ਹੁਣੀ ਚੱਲ ਰਹੀ ਹੈ, ਅਬੇ ਹੁਣੀ ਚੱਲ ਹੀ ਰਹੀ ਆ, 1-2 ਦਿਨ ਹੀ ਹੋਏ ਖਤਮ ਹੋਈ ਨੂੰ ਵਾਲੇ। ਇਸ ਸੰਘਰਸ਼ ਦੇ ਦੌਰਾਨ ਹੀ ਚੱਲ ਰਹੀ ਹੈ? ਦੌਰਾਨ ਹੀ ਚੱਲ ਰਹੀ ਹੈ, ਠੀਕ ਹੈ। ਫਿਰ ਦੱਸੋ ਕੀ ਹੋਇਆ? ਉਹ ਤੋਂ ਅਕਸਰ ਗੱਲਾਂ ਹੁੰਦੀਆਂ ਸੀਗੀਆਂ, ਠੀਕ ਹੈ ਕਿ ਨਹੀਂ, ਕਿਉਂਕਿ ਸੋਨੀਆ ਕਾਫੀ ਐਕਟਿਵ ਆ ਅੱਜ ਕੱਲ ਧਰਨੇ ਦੇ ਵਿੱਚ, ਤੇ ਉੱਥੇ ਗੱਲਾਂ ਹੁੰਦੀਆਂ ਸੀਗੀਆਂ ਇਸ ਦੀਆਂ। ਤੇ ਉੱਥੇ ਜਦੋਂ ਦੀਪ ਦੀ ਗੱਲ ਹੁੰਦੀ ਸੀ, ਤਾਂ ਜੇ ਕੋਈ ਦੀਪ ਨੂੰ ਕੁਝ ਆਖੂਗਾ ਕਿ ਦੀਪ ਨੇ ਐ ਕੀਤਾ, ਤਾਂ ਮੈਂ ਉੱਥੇ ਬੋਲੂੰਗਾ ਯਾਰ। ਜੇ ਕੋਈ ਦੀਪ ਨੂੰ ਕੁਝ ਕਹੂਗਾ ਤਾਂ ਮੈਂ ਦੀਪ ਬਾਰੇ ਬੋਲੂੰਗਾ ਕਿ ਇਹ ਕਹਿੰਦੇ ਸੀ ਦੀਪ ਨੇ ਐ ਕੀਤਾ, ਉਹ ਕੀਤਾ, ਤਾਂ ਮੈਂ ਉਹਨੂੰ ਕਿਹਾ ਮੈਂ ਦੀਪ ਨੇ ਕੁਝ ਨਹੀਂ ਕੀਤਾ। ਕੀ ਕੀਤਾ ਦੀਪ ਨੇ? ਜੋ ਵੀ ਗੱਲ ਹੁੰਦੀ, ਜਿਵੇਂ ਕਹਿੰਦੇ ਕਿ ਦੀਪ ਨੇ 26 ਤਰੀਕ ਨੂੰ ਐ ਕੀਤਾ, ਉਹ ਕੀਤਾ, ਮੈਂ ਕਿਹਾ ਤੇ 5 ਲੱਖ ਬੰਦਾ ਗਿਆ ਸੀ, ਦੀਪ ਥੋੜੀ ਲੈ ਗਿਆ ਸੀਗਾ। ਇਹ ਕਹਿੰਦੇ ਦੀਪ ਬੰਦੇ ਲੈ ਕੇ ਗਿਆ ਉੱਥੇ। ਮੈਂ ਕਿਹਾ ਤੁਸੀਂ ਮੈਨੂੰ ਇੱਕ ਵੀਡੀਓ ਦਿਖਾਓ, ਇੱਕ ਪ੍ਰੂਫ ਦਿਖਾਓ ਦੀਪ ਬੰਦੇ ਲੈ ਗਿਆ, ਠੀਕ ਹੈ ਕਿ ਨਹੀਂ। ਉੱਥੇ 5 ਲੱਖ ਬੰਦਾ ਗਿਆ। ਕੌਣ ਕਹਿੰਦਾ ਦੀਪ ਬੰਦੇ ਲੈ ਕੇ ਗਏ? ਮਤਲਬ ਕਿ ਜਨਰਲ ਬੈਠੇ ਗੱਲ ਕਰ ਰਹੇ ਆ। ਸੋਨੀਆ ਹੀ ਕਹਿ ਰਹੀ ਸੀ, ਸੋਨੀਆ ਨੇ ਇਸੇ ਕਰਕੇ ਉਦੋਂ ਬਾਅਦ ਰੌਲਾ ਪਾਇਆ ਸੀ ਨਾ ਕਿ ਦੀਪ ਗਦਾਰ ਹੈ, ਜੀ ਹੈ ਉਹ ਹੈ, ਠੀਕ ਹੈ। ਸੋਨੀਆ ਕਹਿ ਰਹੀ ਸੀ ਕਿ ਦੀਪ ਲਾਲ ਕਿਲੇ 'ਚ ਬੰਦੇ ਲੈ ਕੇ ਗਿਆ, ਠੀਕ ਹੈ ਨਾ, ਵੀ 5 ਲੱਖ ਬੰਦਾ ਦੀਪ ਲੈ ਕੇ ਗਿਆ। ਨਹੀਂ ਲੈ ਗਿਆ, ਉਹ ਕਿੱਥੋਂ ਲੈ ਗਿਆ? ਉਹ ਤਾਂ ਆਪ 12-1 ਵਜੇ ਪਹੁੰਚੇ ਉੱਥੇ। ਉਹ ਕਿਉਂ ਗਿਆ ਸੀਗਾ? ਮੈਂ ਇਹਨੂੰ ਨਹੀਂ ਹੈਗਾ, ਮੈਂ ਦੀਪ ਦੇ ਲਾਲ ਕਿਲੇ ਜਾਣ ਦਾ ਸਿਰਫ ਇੱਕੋ ਹੀ ਮਕਸਦ ਸੀ ਕਿ ਉੱਥੇ ਕੋਈ ਅਣਹੋਣੀ ਨਾ ਹੋ ਜਾਏ, ਕਿਸੇ ਦੀ ਜਾਨ ਨਾ ਚਲੀ ਜਾਵੇ, ਕਿਸੇ ਮਾਂ ਦਾ ਪੁੱਤ ਨਾ ਨੁਕਸਾਨਿਆ ਜਾਵੇ। ਉਹ ਦੀਪ ਇਸੇ ਕਰਕੇ ਉੱਥੇ ਗਿਆ ਸੀਗਾ, ਠੀਕ ਹੈ ਕਿ ਨਹੀਂ, ਕੋਈ ਨੁਕਸਾਨ ਨਾ ਹੋ ਜਾਏ। ਔਰ ਉਹਨੇ ਜਾ ਕੇ ਉੱਥੇ ਪੁਲਿਸ ਵਾਲਿਆਂ ਨੂੰ ਵੀ ਇਹੀ ਆਖਿਆ ਵੀ ਕੋਈ ਕਿਸੇ ਦੇ ਡੰਡਾ ਮਾਰਨ ਦੀ ਜ਼ਰੂਰਤ ਨਹੀਂ, ਮੇਰੇ ਆਖੇ ਲੱਗਦੇ, ਮੈਂ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣਾ। ਉਹਨੇ ਉੱਥੇ ਜਾ ਕੇ ਅਪੀਲ ਕੀਤੀ ਹੈ ਆਵਾਮ ਨੂੰ ਸਾਰੀ ਨੂੰ ਕਿ ਬਾਈ ਆਪਾਂ ਜਾਬਤੇ 'ਚ ਰਹਿਣਾ, ਕੋਈ ਇਹੋ ਜਿਹੀ ਗੱਲ ਨਹੀਂ ਕਰਨੀ,
ਤੇ ਆਪਾਂ ਕੋਈ ਇਹੋ ਜੀ ਗਲਤ ਜਿਹੜੀ ਕਿ ਆਪਣੇ ਤੇ ਐਜੀਟੇਸ਼ਨ ਤੇ ਖਿਲਾਫ ਹੋਵੇ, ਆਪਾਂ ਇਹੋ ਜਿਹਾ ਕੁਝ ਨਹੀਂ ਕਰਨਾ। ਆਪਾਂ ਜਾਬਤੇ 'ਚ ਰਹਿਣਾ ਤੇ ਆਰਾਮ ਨਾਲ ਬੈਠ ਕੇ ਤੇ ਧਰਨਾ ਦਿੰਦੇ ਆ। ਤੇ ਉੱਥੇ ਬੈਠ ਕੇ ਉਹਨੇ ਕਿਹਾ, ਦੀਪ ਨੇ, ਸਾਰੇ ਬੰਦਿਆਂ ਨੇ ਕਿਹਾ, ਉੱਥੇ ਕਿਹਾ ਦੀਪ ਨੇ, ਆਗੂ ਨੂੰ ਬੁਲਾਇਆ ਵੀ ਹੁਣ ਸਾਡੇ ਆਗੂ ਇੱਥੇ ਆ ਜਾਣ, ਅਸੀਂ ਇੱਥੇ ਆ ਗਏ ਆ ਤੇ ਆਪਾਂ ਇੱਥੇ ਬੈਠਦੇ ਆ, ਸਾਰੇ ਅੱਗੇ ਆਗੂ ਉੱਥੇ ਇੱਥੇ ਪਹੁੰਚੋ, ਠੀਕ ਹੈ ਕਿ ਨਹੀਂ। ਹਾਲਾਂਕਿ ਸੁਣਨ ਚਾਹੀਏ ਗੱਲ ਇਹ ਕਿ ਕੁਝ ਆਗੂ ਉੱਥੇ ਮੂੰਹ ਬੰਨ ਕੇ ਤੁਰ ਫਿਰ ਵੀ ਰਹੇ ਸੀਗੇ। ਦੀਪ ਨੇ ਸਾਰਿਆਂ ਨੂੰ ਕਿਹਾ ਕਿ ਆਪਾਂ ਜਾਬਤੇ 'ਚ ਰਹਿਣਾ। ਆਗੂਆਂ ਨੂੰ ਉਹਨੇ ਆਵਾਜ਼ ਮਾਰੀ ਕਿ ਇੱਥੇ ਆ ਜਾਓ, ਆਪਾਂ ਹੁਣ ਇੱਥੇ ਵੀ ਬੈਠਦੇ ਆ ਲਾਲ ਕਿਲੇ 'ਚ। ਆਪਣੀ ਹੁਣ ਇੰਨੀ ਜਨਤਾ ਆ ਗਈ ਹੈ, ਸਾਰੇ ਜਿੰਨੇ ਹੋਰ ਕਿਸਾਨ ਸੀ ਉਹਨਾਂ ਨੇ ਵੀ ਸਾਰਿਆਂ ਨੇ ਇਹੀ ਕਿਹਾ ਵੀ ਆਪਾਂ ਹੁਣ ਇੱਥੇ ਬੈਠਦੇ ਆ। ਜੇ ਉਦੋਂ ਆਗੂ ਉੱਥੇ ਆ ਜਾਂਦੇ ਤੇ ਉੱਥੇ ਆਪਾਂ ਬੈਠ ਜਾਂਦੇ ਤਾਂ ਮੈਨੂੰ ਕੀ ਲੱਗਦਾ ਬਹੁਤ ਲੋਕ ਇਸੇ ਹੱਕ 'ਚ ਨੇ ਵੀ ਆਪਣੇ ਬਿੱਲ ਉਦੋਂ ਹੀ ਰੱਦ ਹੋ ਜਾਣੇ ਸੀਗੇ, ਕਿਉਂਕਿ ਉਦੋਂ ਗੱਲਬਾਤ ਐਡੀ ਹੋ ਗਈ ਸੀਗੀ। ਪਰ ਇਹਨਾਂ ਦੇ ਦਿਮਾਗ 'ਚ ਕੁਝ ਹੋਰ ਚੱਲ ਰਿਹਾ ਸੀ। ਇਹਨਾਂ ਨੇ ਤਾਂ ਮਤਲਬ ਕਿ ਉਹਨਾਂ ਨੂੰ ਉੱਥੇ ਛੱਡ ਕੇ ਤੇ ਇੱਥੇ ਆ ਕੇ ਤੇ ਖਿਲਾਫ ਬੋਲਣ ਲੱਗੇ, ਗੱਦਾਰ ਕਰਾਰ ਕਰਤਾ, ਜੇ ਕਰਤਾ ਉਹ ਕਰਤਾ। ਕੀਤਾ ਕੀ ਸੀ ਉਹਨਾਂ ਨੇ ਉੱਥੇ? ਮੈਨੂੰ ਐਂ ਤਾਂ ਦੱਸੋ ਨਾ, ਕਿੱਥੇ ਇਹ ਕਹਿੰਦੇ ਬੇਅਦਬੀ ਕਰਤੀ ਤਿਰੰਗੇ ਦੀ, ਕਿੱਥੇ ਮੈਨੂੰ ਦਿਖਾਓ ਇੱਕ ਵੀਡੀਓ ਜਿੱਥੇ ਤਿਰੰਗੇ ਦੀ ਬੇਅਦਬੀ ਹੋਈ। ਤਿਰੰਗਾ ਆਪਦੇ ਜਾਲੋ ਜਲਾਲ ਨਾਲ ਉੱਥੇ ਝੂਲ ਰਿਹਾ, ਠੀਕ ਹੈ ਨਾ ਜੀ। ਤੇ ਨਿਸ਼ਾਨ ਸਾਹਿਬ ਵੈਸੇ ਉੱਥੇ ਹਮੇਸ਼ਾ ਚੜਦਾ, ਤੇ ਜੀ ਇਹਨਾਂ ਨੇ ਨਿਸ਼ਾਨ ਸਾਹਿਬ ਤੇ ਨਾਲ ਕਿਸਾਨੀ, ਇਹ ਨਿਸ਼ਾਨ ਸਾਹਿਬ ਦਾ ਮੁੱਦਾ ਚੱਕ ਲੈਣਾ ਨਹੀਂ, ਪਰ ਕੱਲਾ ਨਿਸ਼ਾਨ ਸਾਹਿਬ ਤੇ ਨਹੀਂ ਚਲਾਇਆ, ਨਾਲ ਕਿਸਾਨੀ ਦਾ ਝੰਡਾ ਵੀ ਤਾਂ ਚਲਾਇਆ ਉੱਥੇ। ਦੋਨੇ ਝੰਡੇ ਚੜਾਏ ਗਏ ਨੇ ਉੱਥੇ, ਠੀਕ ਹੈ ਨਾ ਜੀ। ਤੇ ਇਹਨਾਂ ਨੇ ਕੱਲਾ ਨਿਸ਼ਾਨ ਸਾਹਿਬ ਚੱਕ ਕੇ ਨਿਸ਼ਾਨ ਸਾਹਿਬ ਚੜਾਤਾ, ਉਹਦਾ ਰੌਲਾ ਪਾਤਾ। ਕੱਲਾ ਨਿਸ਼ਾਨ ਸਾਹਿਬ ਨਹੀਂ ਚੜਿਆ ਉੱਥੇ, ਕਿਸਾਨੀ ਦਾ ਝੰਡਾ ਵੀ ਨਾਲ ਚੜਾਇਆ। ਔਰ ਮੇਰੇ ਕੋਲ ਇੱਕ ਵੀਡੀਓ ਪਈ, ਮੈਂ ਤੁਹਾਨੂੰ ਦਿਖਾ ਦੂੰਗਾ। ਰਾਜੇਵਾਲ ਗਰੁੱਪ ਦਾ ਇੱਕ ਬੰਦਾ ਕਹਿ ਰਿਹਾ ਕਿ ਉਹ ਦੇਖੋ ਜੀ ਰਾਜੇਵਾਲ ਸਾਹਿਬ ਦੇ ਗਰੁੱਪ ਨੇ ਝੰਡਾ ਚੜਾਤਾ। ਮੈਨੂੰ ਇਹ ਦੱਸੋ, ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਹੈ ਕਿ ਲੱਖੇ ਦੀ, ਜੇ ਲੱਖੇ ਨੇ ਵਾਪਸ ਆਉਣਾ ਹੈ, ਮਾਫੀ ਮੰਗੇ ਤੇ ਵਾਪਸ ਆ ਜੇ, ਲੱਖੇ ਨੂੰ ਮੰਗ ਲੈਣੀ ਚਾਹੀਦੀ ਹੈ ਮਾਫੀ। ਕਿਸ ਗੱਲ ਦੀ? ਕੀ ਕੀਤਾ ਲੱਖੇ ਨੇ? ਕਾਹਦੀ ਮਾਫੀ ਮੰਗੇ ਲੱਖਾ? ਮੈਨੂੰ ਦੱਸੋ, ਮੈਨੂੰ ਸਮਝ ਨਹੀਂ ਆਈ। ਮਾਫੀ ਕਿਸ ਗੱਲ ਦੀ ਮਾਫੀ ਮੰਗੇ ਨਾ, ਇਹ ਤਾਂ ਦੱਸਿਓ। 26 ਨੂੰ ਹੋਇਆ, ਉਹਦੀ ਜ਼ਿੰਮੇਵਾਰੀ ਲੈ ਕੇ ਮਾਫੀ ਮੰਗ ਲੈ ਤੇ ਵਾਪਸ ਆ ਜੇ, ਅਸੀਂ ਸਟੇਜ ਤੇ ਵਾਪਸ ਲੈ ਆਉਣੇ ਆ ਲੱਖੇ। ਅੱਛਾ, ਵੀ ਲੱਖਾ ਐ ਕਹਦੇ ਵੀ ਉਸ ਦਿਨ ਜੋ ਹੋਇਆ ਮੈਂ ਕੀਤਾ, ਤੇ ਸਾਰਾ ਕੁਝ ਜੋ ਵੀ ਉੱਥੇ ਹੋਇਆ ਤਾਂ ਵੈਸੇ ਕੁਝ ਹੈ ਹੀ ਨਹੀਂ ਉੱਥੇ। ਤੇ ਵੀ ਉੱਥੇ ਵੀ ਜੋ ਆਗੂ ਕਹਿੰਦੇ ਨੇ ਵੀ ਹਾਂਜੀ ਉਹ ਹੋਇਆ, ਮਤਲਬ ਜਿਹੜੀ ਉਹ ਫੇਕ ਸਟੋਰੀ ਬਣਾਈ ਹੈ ਆਗੂ ਕਹਿੰਦੇ, ਜੋ ਵੀ ਕਹਿੰਦਾ ਇਹ ਦੋਨੋਂ, ਵੀ ਲੱਖਾ ਉਸ ਨੂੰ ਕਹਦੇ ਵੀ ਹਾਂਜੀ ਇਹ ਹੋਇਆ ਤੇ ਉਹ ਮੈਂ ਕੀਤਾ ਤੇ ਮੈਨੂੰ ਉਸ ਗੱਲ ਲਈ ਮਾਫ ਕਰ ਦਿੱਤਾ ਜਾਵੇ, ਇਹ ਲੱਖਾ ਆਖੇ। ਇਹ ਤਾਂ ਫਿਰ ਲੱਖੇ ਨੂੰ ਪਤਾ ਹੋਊਗਾ ਜੀ। ਹੁਣ ਇਹਦੇ ਬਾਰੇ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ, ਮਾਫੀ ਕਿਸ ਗੱਲ ਦੀ? ਮਾਫੀ ਕਿਸ ਗੱਲ ਦੀ? ਚਲੋ ਲੱਖਾ ਦੱਸ ਸਕਦਾ ਜੀ, ਤਾਂ ਹੁਣ ਮੈਂ ਨਹੀਂ ਦੱਸ ਸਕਦਾ। ਇਕੱਠੇ ਨੇ ਇਹ ਦੀਪ ਤੇ ਲੱਖਾ? ਵੈਸੇ ਬਹੁਤ ਸਵਾਲ ਹੁੰਦੇ ਸੀਗੇ ਵੀ ਇਹ ਅਲੱਗ-ਅਲੱਗ ਚੱਲਦੇ ਆ, ਕਈ ਵਾਰੀ ਇਹ ਗੱਲਾਂ ਹੋਈਆਂ। ਦੇਖੋ ਜੀ, ਫਿਲਹਾਲ ਤਾਂ ਇਕੱਠੇ ਹੀ ਨੇ ਔਰ ਇਕੱਠੇ ਹੀ ਰਹਿਣਗੇ। ਸਾਰਾ ਯੂਥ ਹੀ ਇਕੱਠਾ ਹੈ ਔਰ ਇਹ ਯੂਥ ਦੇ ਆਗੂ ਨੇ ਦੋਨੇ। ਔਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਲੱਖੇ ਨੂੰ ਕਹਿ ਰਿਹਾ ਕਿ ਮਾਫੀ ਮੰਗ ਕੇ ਲੱਖਾ ਆ ਸਕਦਾ, ਸਟੇਜ ਤੇ ਬੈਠ ਸਕਦਾ, ਤੇ ਦੀਪ ਦੀ ਅਸੀਂ ਗੱਲ ਨਹੀਂ ਕਰਾਂਗੇ। ਮੈਂ ਦੇਖ ਰਿਹਾ ਸੀ ਕਿਸੇ ਆਗੂ ਸੀਗੇ, ਕੋਈ ਮੈਂ ਨਾਮ ਨਹੀਂ ਜਾਣਦਾ ਉਹਨਾਂ ਦਾ, ਕੋਈ ਬਜ਼ੁਰਗ ਸੀਗੇ, ਉਹ ਕਹਿ ਰਹੇ ਸੀਗੇ, ਉਹ ਕਹਿੰਦੇ ਲੱਖਾ ਮਾਫੀ ਮੰਗ ਲੇ ਤੇ ਲੱਖੇ ਨੂੰ ਅਸੀਂ ਸਟੇਜ ਤੇ ਬਿਠਾ ਲਾਂਗੇ, ਤੇ ਦੀਪ ਦੀ ਅਸੀਂ ਗੱਲ ਨਹੀਂ ਕਰਨੀ। ਤੇ ਇਹ ਤਾਂ ਫਿਰ ਤੋੜਨ ਵਾਲੀਆਂ ਗੱਲਾਂ ਨੇ ਜੀ, ਜੋੜਨ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇਦਾਂ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਕਹਿਣਾ ਚਾਹੀਦਾ ਦੀਪ ਤੇ ਲੱਖਾ ਦੋਨੇ ਸਾਡੇ ਪੁੱਤ ਨੇ ਤੇ ਅਸੀਂ ਉਹਨਾਂ ਦੇ ਨਾਲ ਆ। ਕਿਉਂਕਿ ਉਹ ਯਾਰ ਕਿਹਦੇ ਵਾਸਤੇ ਲੜ ਰਹੇ ਨੇ, ਮੈਨੂੰ ਤਾਂ ਇੱਕ ਗੱਲ ਕਲੀਅਰ ਕਰ ਦਿਓ ਨਾ, ਦੀਪ ਕਿਹਦੇ ਵਾਸਤੇ ਲੜ ਰਿਹਾ? ਦੀਪ ਜੇਲ੍ਹ 'ਚ ਕਿਉਂ ਬੈਠਾ ਹੈ? ਉਹ ਕਿਹਦੇ ਵਾਸਤੇ ਲੜ ਰਿਹਾ ਹੈ? ਸੰਘਰਸ਼ ਦੇ ਹੱਕ 'ਚ ਹੀ ਲੜ ਰਿਹਾ ਨਾ, ਉਹ ਬਿੱਲਾਂ ਦੇ ਖਿਲਾਫ ਹੀ ਲੜ ਰਿਹਾ ਨਾ, ਉਹ ਮੋਦੀ ਸਰਕਾਰ ਦੇ ਖਿਲਾਫ ਹੀ ਲੜ ਰਿਹਾ ਨਾ। ਫਿਰ ਤੁਸੀਂ ਕਿਵੇਂ ਉਹਨੂੰ ਬੀਜੇਪੀ ਦਾ ਬੰਦਾ ਕਹਿ ਰਹੇ ਹੋ? ਕਿਵੇਂ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਕਿ ਉਹ ਮੋਰਚੇ ਦੇ ਵਿੱਚ ਨਹੀਂ ਆ ਸਕਦਾ? ਮੋਰਚਾ ਯਾਰ ਕਿਸੇ ਦਾ ਮਤਲਬ ਕਿ ਰਜਿਸਟਰੀ ਕਰਾਈ ਹੈ ਮੋਰਚੇ ਦੀ ਕਿਸੇ ਨੇ? ਮੋਰਚਾ ਸਾਰਿਆਂ ਦਾ, ਮੋਰਚਾ ਸਾਰੇ ਪੰਜਾਬ ਦਾ। ਸਾਡੀਆਂ ਵੀ ਜ਼ਮੀਨਾਂ, ਸਾਡੇ ਕੋਲ ਜ਼ਮੀਨਾਂ, ਸਾਡੇ ਤੇ ਵੀ ਬਿੱਲ ਲਾਗੂ ਹੁੰਦੇ ਨੇ, ਅਸੀਂ ਵੀ ਲੜ ਰਹੇ ਹਾਂ ਉਹਦੇ ਖਿਲਾਫ। ਮੋਰਚਾ ਤਾਂ ਸਭ ਦਾ, ਅਸੀਂ ਉਹਦੇ ਖਿਲਾਫ ਲੜ ਰਹੇ ਹਾਂ। ਤੇ ਮੋਰਚਾ ਕੋਈ ਕਿਸੇ ਦੀ ਜੱਦੀ ਜਾਇਦਾਦ ਤਾਂ ਨਹੀਂ ਹੈ। ਤੇ ਫਿਰ ਇਹ ਨਹੀਂ ਕਰਨਾ ਚਾਹੀਦਾ, ਇਹ ਤਾਂ ਤੋੜਨ ਵਾਲੀ ਗੱਲ ਆ। ਆਪਾਂ ਨੂੰ ਇੱਕ ਹੋਣਾ ਚਾਹੀਦਾ, ਸਾਰੇ ਇੱਕ ਹੋ ਕੇ ਚੱਲਾਂਗੇ ਤਾਂ ਸਰਕਾਰ ਕੁਛ ਨਾ ਕੁਛ ਆਪਣੀ ਗੱਲ ਸੁਣੂਗੀ। ਜੇ ਆਪਾਂ ਆਪਸ ਚ ਪਾਟ ਕੇ ਐਂ ਗੱਲਾਂ ਕਰੀਏ, ਇੱਕ ਦੂਜੇ ਦੇ ਤਵੇ ਲਾਈ ਗਏ, ਇੱਕ ਦੂਜੇ ਨੂੰ ਸਰਟੀਫਿਕੇਟ ਵੰਡੀ ਗਏ ਗੱਦਾਰੀ ਦੇ, ਤੇ ਉਹਨਾਂ ਦੀਆਂ ਗਲਤੀਆਂ ਕੱਢੀ ਗਏ, ਆਪਾਂ ਉਹਨਾਂ ਦੀਆਂ ਕੱਢੀ ਜਾਈਏ, ਉਹ ਸਾਡੀਆਂ ਕੱਢੀਆਂ ਨੇ, ਸਾਰਾ ਕੁਝ ਕਰੀ ਜਾਵੇ। ਇਹ ਸਾਡੀਆਂ ਤੇ ਉਹਨਾਂ ਦੀਆਂ ਕੋਈ ਗੱਲ ਨਹੀਂ ਹੋਣੀ ਚਾਹੀਦੀ, ਆਪਣੀ ਹੋਣੀ ਚਾਹੀਦੀ ਆ। ਆਪਣਾ ਸਭ ਕੁਝ ਆਪਣਾ ਹੋਣਾ ਚਾਹੀਦਾ, ਇੱਕ ਹੋਣਾ ਚਾਹੀਦਾ। ਬਜ਼ੁਰਗ ਨੇ ਸਾਡੇ, ਆਗੂ ਵੱਡੇ ਨੇ, ਅਸੀਂ ਇਹਨਾਂ ਨੂੰ ਮੂਹਰੇ ਲਾ ਕੇ ਤੋਰਿਆ ਹੋਇਆ ਤੇ ਅਸੀਂ ਇਹਨਾਂ ਦੇ ਪਿੱਛੇ। ਜਿੰਨਾ ਵੀ ਯੂਥ ਹੈ, ਉਹ ਯੂਥ ਦੇ ਵਿੱਚ ਇੱਕ ਮੈਂ ਆਪਦੇ ਨਿੱਜੀ ਵਿਚਾਰੇ ਦੱਸਦਾ ਕਿ ਆਗੂ ਨੇ ਸਾਡੇ, ਬਜ਼ੁਰਗ ਨੇ ਸਾਡੇ, ਲੀਡਰ ਨੇ। ਤੁਸੀਂ ਅੱਗੇ ਚੱਲੋ, ਤੁਹਾਨੂੰ ਜਿੱਥੇ ਸਾਡੀ ਸਪੋਰਟ ਆ, ਅਸੀਂ ਤੁਹਾਡੇ ਨਾਲ ਹੈ, ਮੈਂ ਤੁਹਾਡੇ ਨਾਲ ਹੈ, ਮੇਰੇ ਨਾਲ ਜਿਹੜੇ ਵੀ ਮੇਰੇ ਸਾਥੀ ਨੇ 5-10 ਜੋ ਵੀ ਮੈਨੂੰ ਪਿਆਰ ਕਰਦੇ ਨੇ, ਤੇ ਉਹ ਅਸੀਂ ਨਾਲ ਹੈ ਜੀ। ਇੰਨੀ ਸਾਡੀ ਔਕਾਤ ਹੈਗੀ ਆ, ਉਨੇ ਨਾਲ ਅਸੀਂ ਤੁਹਾਡੇ ਪਿੱਛੇ ਖੜੇ ਆ। ਤੇ ਚਲੋ, ਤੇ ਮੈਨੂੰ ਇਹ ਦੱਸੋ ਕਿ ਕਾਮਰੇਡ ਤੇ ਪੰਥਕ ਮੁੱਦਾ ਵੀ ਵਿੱਚੋਂ ਬਣਿਆ, ਹੁਣ ਥੋੜਾ ਜਿਹਾ ਸੋਸ਼ਲਿਸਟ ਤੋਂ ਬਾਹਰ ਆਇਆ ਹੈ। ਕਈ ਦਿਨ ਲਗਾਤਾਰ ਈਵਨ ਸੋਨੀਆ ਮਾਨ ਦੇ ਫਾਦਰ ਦੀ ਵਿੱਚ ਉਹਦੇ 'ਚ ਬਹੁਤ ਗੱਲਬਾਤ ਹੁੰਦੀ ਰਹੀ, ਬਹੁਤ ਚੰਗਾ ਭਲਾ ਵੀ ਬੋਲਿਆ ਗਿਆ। ਦੀਪ ਦੇ ਪਰਿਵਾਰ ਤੇ ਵੀ ਇਹੋ ਜਿਹੀਆਂ ਦੀਪ ਦੇ ਫਾਦਰ ਨੂੰ ਲੈ ਕੇ ਗੱਲਾਂ ਹੋਈਆਂ ਸੀਗੀਆਂ। ਫਿਰ ਦੀਪ ਨੇ ਬਹੁਤ ਇਮੋਸ਼ਨਲ ਹੋ ਕੇ, ਜਦੋਂ ਦੀਪ ਗ੍ਰਿਫਤਾਰ ਨਹੀਂ ਹੋਇਆ ਸੀ, ਵੀਡੀਓ ਵੀ ਪਾਈ।
ਕੀ ਸੰਘਰਸ਼ ਇੱਥੋਂ ਤੱਕ ਪਹੁੰਚਿਆ ਕਿ ਹੁਣ ਇੱਕ ਦੂਜੇ ਦੇ ਪਰਿਵਾਰਾਂ ਬਾਰੇ ਵੀ ਗੱਲ ਹੋਣ ਲੱਗ ਗਈ, ਇੱਕ ਦੂਜੇ ਦੇ ਪਰਿਵਾਰਾਂ ਤੇ ਵੀ ਸਵਾਲ ਹੋਣ ਲੱਗ ਗਏ? ਦੇਖੋ ਜੀ, ਬੜੀ ਮਾੜੀ ਗੱਲ ਹੈ ਹਨਾ। ਇਹ ਸੰਘਰਸ਼ ਇਸ ਲੈਵਲ ਤੇ ਨਹੀਂ ਤੁਸੀਂ ਸਿੱਟ ਸਕਦੇ ਸੰਘਰਸ਼ ਨੂੰ ਹਨਾ। ਤੁਸੀਂ ਅਗਲੇ ਦੇ ਪਰਿਵਾਰ ਤੇ ਜਾ ਕੇ ਤੁਸੀਂ ਬਕਵਾਸ ਕਰੋ। ਉਹ ਦੀਪ ਦੇ ਫਾਦਰ ਵਾਲੇ ਬਕਵਾਸ ਕੀਤੀ ਗਈ, ਮੈਨੂੰ ਨਹੀਂ ਪਤਾ ਹੂ ਦੈਟ ਜੈਂਟਲਮੈਨ ਵਾਸ, ਬੜਾ ਗੰਦ ਬਕਵਾਸ ਕਰ ਰਿਹਾ ਸੀਗਾ ਉਹ। ਇਟਸ ਵੈਰੀ ਬੈਡ। ਔਰ ਮੈਂ ਕਿਸੇ ਦੇ ਵੀ ਕੋਈ ਵੀ ਮੇਰੇ ਬਾਪ ਬਾਰੇ, ਮੇਰੇ ਮਾਂ ਬਾਰੇ, ਬਾਪ ਬਾਰੇ ਕੋਈ ਕੁਝ ਬੋਲੂਗਾ ਤਾਂ ਮੈਨੂੰ ਗੁੱਸਾ ਆਊਗਾ ਹੀ ਆਊਗਾ, ਚਾਹੇ ਜੋ ਵੀ ਗੱਲ ਹੈ, ਠੀਕ ਹੈ ਨਾ। ਇਹ ਬਹੁਤ ਮਾੜੀ ਗੱਲ ਹੈ ਮੇਰੇ ਹਿਸਾਬ ਨਾਲ, ਇਹ ਨਹੀਂ ਹੋਣਾ ਚਾਹੀਦਾ। ਅਸੀਂ ਆਪਦੇ ਹੱਕਾਂ ਲਈ ਲੜਨ ਵਾਸਤੇ ਉੱਥੇ ਗਏ ਹਾਂ, ਨਾ ਕਿ ਅਸੀਂ ਇੱਕ ਦੂਜੇ ਦੇ ਪਰਦੇ ਚੱਕਣ ਜਾਂ ਇੱਕ ਦੂਜੇ ਦੀਆਂ ਬੇਇੱਜ਼ਤੀਆਂ ਕਰਨ ਉੱਥੇ ਗਏ ਹਾਂ ਨਾ। ਇੱਕ ਦੂਜੇ ਦੇ ਪਰਿਵਾਰ ਤੇ ਗੰਦ ਸੁੱਟਣ ਨਹੀਂ ਅਸੀਂ ਉੱਥੇ ਗਏ। ਅਸੀਂ ਉੱਥੇ ਕੀ ਕਰਨ ਗਏ ਹਾਂ, ਉਹ ਸਾਡਾ ਮਕਸਦ ਕੀ ਹੈ, ਉਸ ਨੂੰ ਭੁਲਾ ਕੇ ਤੁਸੀਂ ਤਾਂ ਹੋਰ ਹੀ ਕੁਝ ਕਰੀ ਜਾ ਰਹੇ ਹੋ ਯਾਰ। ਇਹ ਥੋੜੀ ਗੱਲ ਹੁੰਦੀ ਹੈ ਤੁਸੀਂ ਕਿਸੇ ਦੇ ਫਾਦਰ ਬਾਰੇ ਬੋਲ ਰਹੇ ਹੋ, ਕਿਸੇ ਦੀ ਮਦਰ ਬਾਰੇ ਬੋਲ ਰਹੇ ਹੋ, ਇਹ ਕੋਈ ਗੱਲ ਨਹੀਂ ਹੈ। ਇਹ ਮੈਂ ਇਸ ਗੱਲ ਦੇ ਖਿਲਾਫ ਹਾਂ। ਭਾਵੇਂ ਸੋਨੀਆ ਮਾਨ ਦੇ ਫਾਦਰ ਬਾਰੇ ਵੀ ਕਿਹਾ ਗਿਆ। ਦੇਖੋ, ਸੋਨੀਆ ਮਾਨ ਦੇ ਫਾਦਰ ਇੱਕ ਪੋਲੀਟੀਕਲ ਫਿਗਰ ਸੀਗੇ, ਠੀਕ ਹੈ ਕਿ ਨਹੀਂ। ਉਹਨਾਂ ਦੇ ਖਿਲਾਫ ਅਗਰ ਕੁਝ ਕਿਹਾ ਗਿਆ ਤਾਂ ਉਹ ਪੋਲੀਟੀਕਲ ਲੈਵਲ ਤੇ ਜਾ ਕੇ ਕਿਹਾ ਜਾ ਸਕਦਾ, ਠੀਕ ਹੈ ਜੀ। ਪਰਸਨਲ ਅਟੈਕ ਉਹਨਾਂ ਦੇ ਘਰ ਤੇ ਜਾ ਕੇ ਨਹੀਂ ਕਰਨਾ ਚਾਹੀਦਾ। ਔਰ ਮੈਂ ਸੋਨੀਆ ਨੂੰ ਵੀ ਇਹੀ ਕਹੂੰਗਾ ਕਿ ਉਹਨੂੰ ਵੀ ਥੋੜਾ ਜਿਹਾ ਆਪਦਾ ਨਾ ਕੰਟਰੋਲ ਰੱਖਣਾ ਚਾਹੀਦਾ ਜ਼ੁਬਾਨ ਤੇ। ਇਦਾਂ ਗਲਤ ਮਲਤ ਨਹੀਂ ਬੋਲਣਾ ਚਾਹੀਦਾ। ਅਗਰ ਆਪਾਂ ਕਿਸੇ ਨੂੰ ਮੌਕਾ ਦਿੰਦੇ ਆ ਨਾ, ਦੇਖੋ ਮੈਨੂੰ ਨਹੀਂ ਕੋਈ ਗਾਲਾਂ ਕੱਢਦਾ, ਜੇ ਤੁਸੀਂ ਕਿਸੇ ਨੂੰ ਮੌਕਾ ਦਿਓਗੇ ਨਾ ਤਾਂ ਅਗਲਾ ਗਾਲ ਕੱਢੂਗਾ।